ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਧੰਨ ਭਈ ਤਿਨ ਕੀ ਜਨਨੀ, ਕਿਰਤਾਰਥ ਤਾ ਜਗ ਬੇਦਨ ਗਾਈ। ਕੁਲ ਪਾਵਨ ਜਾਹਿ ਕਰੀ ਸਗਰੀ, ਜਗ ਧੰਨ ਭਏ ਤਿਨ ਮੀਤ ਸਖਾਈ। ਧੰਨ ਭਈ ਤਿਨ ਕੀ ਜਨਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਆਪਾਂ ਭਾਵਰ ਸਾਮ੍ਰਿਤ ਗ੍ਰੰਥ ਜਿਹੜਾ ਕੁਝ ਦਿਨਾਂ ਤੋਂ ਪੜ੍ਹ ਵਿਚਾਰ ਰਹੇ ਸਾਂ, ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਉਸ ਭਾਵਰ ਸਾਮ੍ਰਿਤ ਗ੍ਰੰਥ ਦੀ ਸਮਾਪਤੀ ਹੈ। ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਹ ਗ੍ਰੰਥ ਭਾਵਰ ਸਾਮ੍ਰਿਤ ਉਹ ਸੰਪੂਰਨ ਹੋ ਰਿਹਾ ਹੈ। ਜੋ ਗ੍ਰੰਥ ਵਿਦਿਆਰਥੀ ਜਨਾਂ ਨੂੰ ਕਥਾ ਸਿੱਖਣ ਦੇ ਸਮੇਂ ਵਿਦਵਾਨ ਜਨ ਸੰਤ ਮਹਾਂਪੁਰਸ਼ ਪੜ੍ਹਾਉਂਦੇ ਆ, ਜਿਹੜੇ ਕੋਈ ਸੰਪਰਦਾਇ ਵਿਦਿਆ ਪੜ੍ਹਦੇ ਆ, ਉਹਨਾਂ ਨੂੰ ਇਹ ਗ੍ਰੰਥ ਪੜ੍ਹਾਏ ਜਾਂਦੇ ਆ। ਉਹ ਵਿਦਿਆ ਦੇ ਗ੍ਰੰਥਾਂ ਵਿੱਚੋਂ ਜੋ ਇੱਕ ਸੁਖਾਲਾ ਹੀ ਬੜਾ ਸਰਲ ਗ੍ਰੰਥ ਹੈ, ਪਰ ਜਿਹਦੇ ਵਿੱਚ ਗਿਆਨ ਦੀ ਵਿਚਾਰ ਬਹੁਤ ਹੈ, ਉਹ ਪੰਡਿਤ ਗੁਲਾਬ ਸਿੰਘ ਮਹਾਰਾਜ ਜੀ ਨੇ ਭਾਵਰ ਸਾਮ੍ਰਿਤ ਗ੍ਰੰਥ ਲਿਖਿਆ ਹੈ, ਜਿਸ ਦੀ ਅੱਜ ਸਮਾਪਤੀ ਹੈ। 123ਵਾਂ ਸਵਈਆ ਅੱਜ ਆਪਾਂ ਪ੍ਰਾਰੰਭ ਕਰਦੇ ਹਾਂ। ਸਵਈਆ ਧੰਨ ਪਈ ਤਿਨ ਕੀ ਜਨਨੀ। ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਕਹਿੰਦੇ ਹੈ, ਹੇ ਭਾਈ, ਤਿਨ ਕੀ ਜਨਨੀ, ਉਹਨਾਂ ਦੀ ਜਨਨੀ ਮਾਤਾ ਧਨਤਾ ਯੋਗ ਭਈ ਕਹੀ ਹੋਈ। ਕਿਰਤਾਰਥ ਤਾਂ ਜਗ ਬੇਦਨ ਗਾਈ, ਜਿਸ ਨੇ ਜੋਗ ਪੁੱਤਰ ਨੂੰ ਜਨਮ ਦਿੱਤਾ, ਉਹ ਜਨਮ ਦੇਣ ਵਾਲੀ ਮਾਤਾ ਵੀ ਕਿਰਤਾਰਥ ਸਫਲੀ ਹੋ ਗਈ ਹੈ। ਤਾਂ ਜਗ ਵੇਦਨ ਗਾਈ, ਤਾਂ ਕਹੀਏ ਉਹਨਾਂ ਸਿਮਰਨ ਕਰਨ ਵਾਲਿਆਂ ਦੀ ਉਪਮਾ ਜਗਤ ਵਿੱਚ ਵੇਦਨ ਗਾਈ। ਵੇਦਾਂ ਆਦਿ ਗਿਆਨ ਦੇ ਗ੍ਰੰਥਾਂ ਸ਼ਾਸਤਰਾਂ ਨੇ ਵੀ ਗਾਈ ਕਹੀਏ ਗਾਉਣਾ ਕੀਤੀ ਹੈ। ਜਿਹੜੇ ਕਮਾਈ ਵਾਲੇ ਹੈ, ਉਹ ਜਿਹੜੇ ਸਿਮਰਨ ਬੰਦਗੀ ਵਾਲੇ, ਉਹਨਾਂ ਦਾ ਕਵੀ ਸਾਹਿਬ ਜੀ ਇੱਥੇ ਕਹਿ ਰਹੇ ਆ, ਉਹ ਸਮਾਪਤੀ ਤੁਕ ਵਿੱਚ ਖੁਲਾਸਾ ਹੋ ਜਾਏਗਾ। ਕਹਿੰਦੇ ਵੀ ਉਹਨਾਂ ਦੀ ਮਾਤਾ ਵੀ ਧਨ ਹੋ ਗਈ ਹੈ, ਕਿਰਤਾਰਥ ਸਫਲੀ ਹੋ ਗਈ, ਜਿਨ੍ਹਾਂ ਨੇ ਜੋਗ ਪੁੱਤਰ ਕਮਾਈ ਵਾਲੇ ਬੰਦਗੀ ਵਾਲਿਆਂ ਨੂੰ ਜਨਮ ਦਿੱਤਾ। ਤਾਂ ਜਗ ਵੇਦਨ ਗਾਈ, ਉਹਨਾਂ ਦਾ ਸਿਮਰਨ ਕਰਨ ਵਾਲਿਆਂ ਦੀ ਜਿਹੜੀ ਉਪਮਾ ਵਡਿਆਈ ਮਹਿਮਾ ਜਗਤ ਵਿੱਚ ਵੇਦਾਂ ਨੇ ਵੀ ਗਾਈ ਹੈ, ਮਾਂ ਪਿਓ ਦੀ ਵੀ, ਅਤੇ ਐਸੀ ਸਿਮਰਨ ਵਾਲੇ ਭਗਤੀ ਜਨਾਂ ਵਾਲੇ ਭਗਤਾਂ ਦੀ। ਕੁਲ ਪਾਵਨ ਜਾਹੇ ਕਰੀ ਸਗਰੀ, ਜਿਸ ਜਾਹੇ ਕਹੀਏ ਜਿਸ ਨੇ ਸਗਰੀ ਆਪਣੀ ਸਾਰੀ ਕੁੱਲ ਹੀ ਪਾਵਨ ਪਵਿੱਤਰ ਕਰੀ ਕਰ ਲਈ ਹੈ। ਜਗ ਧੰਨ ਪਏ ਤਿਨ ਮੀਤ ਸਖਾਈ, ਤਿੰਨ ਉਸ ਦੇ ਜਿਹੜੇ ਮਿੱਤਰ ਹੈ, ਤਿੰਨ ਮੀਤ ਉਸ ਦੇ ਮਿੱਤਰ ਸਖਾਈ ਪਿਆਰ ਵਾਲੇ ਸੰਬੰਧੀ ਵੀ, ਬਾਲ ਸਖਾਈ ਮਿੱਤਰ ਵੀ ਜਗ ਸੰਸਾਰ ਵਿੱਚ ਧਨਤਾ ਯੋਗ ਹੋਏ। ਕੁਲ ਉਧਾਰੇ ਆਪਣਾ ਧਨ ਜਣੇ ਦੀ ਬਾਈ, ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਪ੍ਰਵਾਨ, ਨਾਨਕ ਕੁਲ ਉਧਾਰੇ ਆਪਣਾ ਨਿਰਗਹਿ ਪਾਵੈ ਮਾਨ। ਤਿਨ ਧਨ ਜਣੇ ਦੀ ਮਾਓ, ਆਏ ਸਫਲ ਸੇ ਆਪ ਲੀਏ ਲੜ ਲਾਏ ਦਾਦਰ ਵੇਸ। ਐਸੇ ਭਗਤ ਜਨ ਕੁਲ ਪਾਵਨ ਜਾਹੇ ਕਰੀ ਸਗਰੀ, ਜਿਸ ਨੇ ਆਪਣੀ ਕੁੱਲ ਵੀ ਸਾਰੀ ਪਵਿੱਤਰ ਕਰ ਲਈ ਹੈ। ਸੰਸਾਰ ਵਿੱਚ ਉਹਨਾਂ ਸੰਤਾਂ ਭਗਤਾਂ ਦੇ ਮਿੱਤਰ ਸਖਾਈ ਸੰਬੰਧੀ ਵੀ ਧਨਤਾ ਯੋਗ ਹੋ ਗਏ ਹੈ।
ਪਦ ਪੰਕਜਨ ਜਾਸ ਪ੍ਰੀਤ ਧਰਾ। ਜਾਸ ਜਿਨ੍ਹਾਂ ਦੇ ਪਦ ਪੰਕਜ, ਜਿਨ੍ਹਾਂ ਦੇ ਪਦ ਪੰਕਜ, ਪਦ ਕੰਜਨ, ਕੰਜਨ ਪਦ ਪੰਕਜ ਪਾਠ ਨਹੀਂ ਹੈ, ਪਦ ਕੰਜਨ ਪਾਠ ਹੈ। ਜਿਨ੍ਹਾਂ ਦੇ ਚਰਨ ਕਮਲਾਂ ਨਾਲ ਧਰਾ, ਧਰਤੀ, ਪਨੀਤ, ਪਵਿੱਤਰ 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 ਪਨੀਤ, 3 ਵਾਰੀ ਪਵਿੱਤਰ ਗਈ ਫਿਰ ਪਨੀਤ ਬਣਦਾ, ਪਨੀਤ ਹੋ ਜਾਂਦੀ ਆ। ਭਾਵ ਸਿਮਰਨ ਕਰਨ ਵਾਲੇ ਜਿਸ ਥਾਂ ਵੀ ਆਪਣੇ ਮੁਬਾਰਕ ਚਰਨ ਕਮਲ ਰੱਖਣ, ਉਹ ਧਰਤੀ ਪਵਿੱਤਰ ਹੋ ਜਾਂਦੀ ਹੈ। ਫਿਰ ਰਜ ਪਾਵਨ ਤੇ ਜਨ ਪਾਪ ਮਿਟਾਈ, ਰਜ ਪਾਠ ਤੇ ਪੋਲਾ ਕਰਨਾ, ਧੂੜੀ ਦਾ ਵਾਚਕ। ਫਿਰ ਉਹਨਾਂ ਦੇ ਚਰਨਾਂ ਦੀ ਜਿਹੜੀ ਪਾਵਨ ਪਵਿੱਤਰ ਰਜ ਧੂੜੀ ਆ, ਉਸ ਧੂੜੀ ਦੇ ਤੇ ਕਹੀਏ ਨਾਲ, ਉਸ ਧੂੜੀ ਦੇ ਨਾਲ ਜਨ ਪੁਰਸ਼ਾਂ ਦੇ ਆਮ ਜੀਵਾਂ ਦੇ ਪਾਪ ਮਿਟ ਜਾਂਦੇ, ਮਿਟ ਜਾਂਦੇ ਹਨ। ਜੋ ਭਵ ਮੰਡਲ ਮਾਹੇ ਭਜੇ, ਜਿਹੜਾ ਮਨੁੱਖ ਵੀ ਭਵ ਮੰਡਲ, ਇਹ ਸੰਸਾਰ ਮੰਡਲ, ਸੰਸਾਰ ਸਥਾਨ ਦੇ ਵਿੱਚ ਮਾਹੇ ਭਜੇ ਸਿਮਰਨ ਕਰਦਾ, ਖਿਨ ਏਕ ਇਕਾਗਰ ਰਾਮ ਸਹਾਈ। ਇੱਕ ਖਿਨ ਮਾਤਰ ਸਮੇਂ ਵਿੱਚ ਹੀ ਜੇ ਇਕਾਗਰ ਚਿੱਤ ਕਰਕੇ, ਚਿੱਤ ਨੂੰ ਇਕਾਗਰ ਕਰਕੇ ਪਰਮਾਤਮਾ ਦਾ ਨਾਮ ਭਜੇ ਸਿਮਰਨ ਕਰਦਾ ਹੈ, ਉਸ ਦੀ ਰਾਮ ਰਮੰਤੀ, ਰਾਮਾ ਪਰਮਾਤਮਾ ਆਪ ਸਹਾਈ ਸਹਾਇਤਾ ਕਰਦਾ। ਧੰਨ ਪਈ ਤਿਨ ਕੀ ਜਨਨੀ, ਇਹ ਸਮਝ ਲੈਣਾ ਵੀ ਕਈ ਵੇਲੇ ਉਹ ਅਰਥ ਸੁਣ ਲਈ ਤਾਂ ਸਮਝ ਨਹੀਂ ਆਉਂਦੀ ਕਿ ਮਾਤਾ ਉਹਨਾਂ ਦੀ ਧੰਨ ਹੋ ਗਈ ਆ, ਕਰਤਾਰਤ ਹੋ ਗਈ ਆ, ਅਤੇ ਉਹਨਾਂ ਮਾਤਾ ਪਿਤਾ ਦੀ, ਪੁਰਸ਼ਾਂ ਦੀ ਵੀ ਜਗਤ ਵਿੱਚ ਵੇਦਾਂ ਨੇ ਮਹਿਮਾ ਗਾਈ। ਕਿਹਨਾਂ ਦੀ? ਜਾਹੀ, ਜਿਸ ਨੇ ਸਾਰੀ ਕੁੱਲ ਆਪਣੀ ਪਵਿੱਤਰ ਕਰ ਲਈ ਹੈ ਨਾਮ ਸਿਮਰਨ ਜਪ ਕੇ, ਅਤੇ ਉਹਨਾਂ ਦੇ ਮਿੱਤਰ ਸਖਾਈ, ਬਾਲ ਸਖਾਈ, ਸਕੇ ਸੰਬੰਧੀ, ਉਹ ਵੀ ਸੰਸਾਰ ਵਿੱਚ ਧੰਨ ਹੋ ਗਏ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਾਰੇ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਉਹਦੇ ਮੁਖ ਉਜਲੇ ਹੈ ਉਹਨਾਂ ਦੀ ਖੇਤੀ ਛੁੱਟੀ ਨਾਲ। ਕਿੰਨੇ ਨਾਲ ਛੁਡਾ ਲੈਂਦੇ, ਆਪੇ ਉਹ ਧੰਨ ਹੋ ਗਏ। ਪਦ ਕੰਜਨ ਜਾਸ ਪਨੀਤ ਕਰਾ, ਐਸੇ ਮਹਾਂਪੁਰਸ਼ ਜਿਨ੍ਹਾਂ ਦੇ ਪਦ ਕੰਜਨ, ਚਰਨ ਕਮਲਾਂ ਨਾਲ ਧਰਾ ਧਰਤੀ ਪਨੀਤ ਹੋ ਜਾਂਦੀ ਹੈ ਸਿਮਰਨ ਕਰਨ ਵਾਲੇ। ਕਿਉਂਕਿ 68 ਤੀਰਥ ਜੈ ਸਾਧ ਭਗਤ ਹੈ, ਉਹਦੇ ਤੀਰਥ ਹੀ ਵਸ ਪੈਂਦੇ, 68 ਤੀਰਥ ਉੱਥੇ ਆ ਜਾਂਦੇ, ਅਤੇ ਤੀਰਥ ਕੀ ਪਵਿੱਤਰ ਹੁੰਦੇ, ਇਵੇਂ ਧਰਤੀ ਪਵਿੱਤਰ ਹੋ ਜਾਂਦੀ। ਪੈ ਬੈਕੁੰਠ ਜਿਹ ਨਾਮ ਉਚਰੈ, ਜਿੱਥੇ ਨਾਮ ਉਚਾਰਨ ਕਰਦੇ ਉਹ ਸੰਤ ਮਹਾਤਮਾ, ਉੱਥੇ ਕੀ ਹੁੰਦਾ ਵੀ ਉੱਥੇ ਤਾਂ ਬੈਕੁੰਠ ਬਣ ਜਾਂਦਾ। ਇਹ ਧਰਤੀ ਪਵਿੱਤਰ ਹੋ ਜਾਂਦੀ ਜਿਨ੍ਹਾਂ ਦੀ ਚਰਨ ਕਮਲਾਂ ਨਾਲ ਰਜ ਪਾਵਨ ਅਤੇ ਉਹਨਾਂ ਦੀ ਚਰਨ ਪਵਿੱਤਰ ਚਰਨ ਧੂੜੀ ਦੇ ਨਾਲ ਹੀ ਜਨਾਂ ਦੇ ਪਾਪ ਕੱਟਦੇ ਹੈ। ਤਾਂ ਸਤਿਗੁਰੂ ਕਹਿੰਦੇ ਕੀਰਤਨ ਸੋਹਿਲਾ ਦੀ ਸਮਾਪਤੀ ਸਮੇਂ, ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੈ, ਮੋਹ ਕਉ ਕਰ ਸੰਤਨ ਕੀ ਧੂਰੇ। ਹਮ संतन की रेण प्यारे, हम संतन की शरण, संत हमारी ओट स्थानी, संत हमारा गहण। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤ। ਉਹ ਸੰਤ ਹੀ ਹੈ ਜਿਨ੍ਹਾਂ ਦੀ ਚਰਨ ਧੂੜੀ ਪਵਿੱਤਰ ਹੈ ਅਤੇ ਪਾਪ ਮਿਟ ਜਾਂਦੇ। ਜਿਹੜੇ ਸਿਆਣੇ ਆ ਉਹ ਜਦੋਂ ਸੰਤ ਮਹਾਤਮਾ ਅੱਗੇ ਪਿੱਛੇ ਕਿਤੇ ਹੁੰਦੇ, ਇਹਨਾਂ ਦੇ ਚਰਨਾਂ ਦੀ ਧੂੜੀ ਮੱਥੇ 'ਤੇ ਲਾਉਂਦੇ। ਜਿਵੇਂ ਸ੍ਰੀ ਹਜ਼ੂਰ ਸਾਹਿਬ ਬਾਬਾ ਬਲਵਿੰਦਰ ਸਿੰਘ ਜੀ ਜਦੋਂ ਇੱਧਰ ਉੱਧਰ ਜਾਂਦੇ, ਜਿਨ੍ਹਾਂ ਨੂੰ ਕਿਸੇ ਨੂੰ ਸਮਝ ਆ, ਉਹ ਜਿੱਥੇ ਚਰਨ ਲੱਗਾ ਹੁੰਦਾ ਉੱਥੇ ਧੂੜੀ ਆਪਣੇ ਮੱਥੇ 'ਤੇ ਲਾ ਲੈਂਦੇ। ਸ਼ਰਧਾ ਹੀ ਹੈ ਨਾ, ਸ਼ਰਧਾ ਨਾਲ ਹੀ ਸਭ ਕੁਝ ਹੈ। ਜੋ ਭਾਵ ਮੰਡਲ ਮਾਹੇ ਭਜੇ, ਜਿਹੜੇ ਸੰਸਾਰ ਮੰਡਲ ਵਿੱਚ ਸਿਮਰਨ ਕਰਦੇ ਆ, ਖਿਨ ਏਕ ਇਕਾਗਰ ਰਾਮ ਸਹਾਈ, ਰਾਮ ਪਰਮੇਸ਼ਰ ਦਾ ਇੱਕ ਮਨ ਇੱਕ ਚਿੱਤ ਹੋ ਕੇ
ਚਿੱਤ ਮਨ ਨੂੰ ਇਕਾਗਰ ਕਰਕੇ ਖਿੰਨ ਮਾਤਰ ਵੀ ਰਾਮ ਸਹਾਈ ਪਰਮਾਤਮਾ ਉਹਨਾਂ ਦਾ ਸਹਾਈ ਹੁੰਦਾ। ਜਿਵੇਂ ਕਲਗੀਧਰ ਪਿਤਾ ਕਹਿੰਦੇ, ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਸਵਈਆ ਹਾਂਜੀ ਇਵੇਂ ਸਮਝ ਲਓ। यह ਭਾਵਰ ਸਾਮ੍ਰਿਤ ਕੰਠ ਦਰੇ। ਪੰਡਤ ਗੁਲਾਬ ਸਿੰਘ ਜੀ ਮਹਾਰਾਜ। 123ਵਾਂ ਜਿਹੜਾ ਆਪਾਂ ਸਵਈਆ ਸਰਵਣ ਕੀਤਾ, ਇੱਥੇ ਸਾਰੇ ਵਿਚਾਰਾਂ ਦੀ ਸਮਾਪਤੀ ਕਰਦੇ ਆ। ਇੱਥੇ ਸਮਾਪਤੀ ਹੋ ਜਾਂਦੀ ਹੁਣ ਜੋ ਵਿਚਾਰ ਬਚਨ ਉਹਨਾਂ ਦੇ। ਹੁਣ ਜਿਹੜਾ ਸਵਈਆ 124ਵਾਂ ਆਰੰਭ ਹੋ ਰਿਹਾ, ਇਹਦੇ ਵਿੱਚ ਉੱਤੇ ਉਹਨਾਂ ਗ੍ਰੰਥ ਦਾ ਨਾਮ ਲਿਖਿਆ, ਜਿੱਥੋਂ ਇਹ ਸਿੱਧ ਹੋ ਰਿਹਾ ਵੀ ਗ੍ਰੰਥ ਦੀ ਸਮਾਪਤੀ ਦਾ ਮੰਗਲ, ਗ੍ਰੰਥ ਪੜ੍ਹਨ ਦੀ ਮਹਿਮਾ, ਉਚਾਰਨ ਦੀ ਮਹਿਮਾ ਅਤੇ ਸੰਤ ਜਨਾਂ ਦੀ ਉਸਤਤੀ ਹੁਣ ਕਰਨ ਲੱਗੇ ਆ ਇਸ ਸਵਈਏ ਵਿੱਚ, ਭਾਵ ਸਮਾਪਤੀ ਤੱਕ ਵਿੱਚ ਇਹ ਸਾਰਾ ਕੁਝ ਆਪਣਾ ਦੱਸ ਦੇਣ। ਯਹ ਭਾਵਰ ਸਾਮ੍ਰਿਤ ਕੰਠ ਧਰੇ। ਹੇ ਭਾਈ, ਇਸ ਭਾਵਰ ਸਾਮ੍ਰਿਤ ਗ੍ਰੰਥ ਵਿੱਚ ਅਨੇਕਾਂ ਤਰ੍ਹਾਂ ਦੇ ਭਾਵ ਰਸ ਅਤੇ ਕੰਨੇ ਵਿੱਚੋਂ ਐੜਾ ਨਿਕਲ ਆਉਣਾ, ਬਿੰਦੀ ਜਿਹੜੀ ਉਹ ਟਿੱਪੀ ਬਣ ਜਾਣੀ। ਭਾਵ ਰਸ ਅੰਮ੍ਰਿਤ, ਇਹਦਾ ਸੰਧੀਕਰਨ। ਭਾਵ ਰਸ ਅੰਮ੍ਰਿਤ ਭਾਵ ਕਿ ਭਾਵ ਦਾ ਅਰਥ ਪ੍ਰੇਮ ਦੇ ਰਸ ਵਾਲੇ। ਭਾਵ ਦਾ ਅਰਥ ਦਾ ਭਾਵਨਾ, ਸ਼ਰਧਾ, ਪ੍ਰੇਮ, ਸ਼ਰਧਾ, ਭਾਵਨਾ, ਪ੍ਰੇਮ ਦੇ ਰਸ ਵਾਲੇ ਜਿਹੜੇ ਅੰਮ੍ਰਿਤ ਰੂਪੀ ਬਚਨ ਕੀਤੇ ਹਨ। ਭਾਵ ਪ੍ਰੇਮ, ਭਾਵ ਸ਼ਰਧਾ, ਭਾਵ ਭਾਵਨਾ, ਇਹ ਅਰਥ ਹੈ ਜੀ। ਅਤੇ ਉਹ ਸ਼ਰਧਾ, ਭਾਵਨਾ, ਪ੍ਰੇਮ ਦੇ ਰਸ ਵਾਲੇ ਜਿਹੜੇ ਅੰਮ੍ਰਿਤ ਰੂਪੀ ਬਚਨ ਕਥਨ ਕੀਤੇ ਹਨ ਇਸ ਗ੍ਰੰਥ ਵਿੱਚ ਅਨੇਕਾਂ ਤਰ੍ਹਾਂ ਦੇ। ਕਵੀ ਜੀ ਕਹਿੰਦੇ ਆ, ਜੋ ਵੀ ਇਹਨਾਂ ਬਚਨਾਂ ਨੂੰ ਆਪਣੇ ਕੰਠ ਧਰੇ, ਕੰਠ ਕਹੀਏ ਗਲੇ ਵਿੱਚ ਧਾਰਨ ਕਰੇਗਾ, ਭਾਵ ਪੜ੍ਹ ਪੜ੍ਹ ਕੇ ਕੰਠ ਧਾਰਨ ਕਰੇਗਾ। ਜਾਂ ਅੰਤਰੀ ਅਰਥ ਕੰਠ ਦਾ ਅਰਥ ਹੁੰਦਾ ਹਿਰਦਾ, ਵੀ ਭਾਵ ਹਿਰਦੇ ਵਿੱਚ ਜਿਹੜਾ ਧਰੇ ਧਾਰਨ ਕਰੇਗਾ, ਵਸਾਏਗਾ। ਸੋ ਕੁਬੁੱਧ ਜਰਾ ਸਭ ਜਾਏ ਭਲਾਈ। ਸੋ ਉਸ ਗਿਆਨੀ ਪੁਰਸ਼ ਦੀ, ਪੜ੍ਹਨ ਵਾਲੇ ਦੀ, ਸੁਣਨ ਵਾਲੇ ਦੀ ਸਭ ਜਿਹੜੀ ਸਾਰੀ ਕੁਬੁੱਧ ਹੈ ਨਾ, ਕੋ ਨਾਮ ਹੁੰਦਾ ਖੋਟੇ ਦਾ, ਬੁੱਧ ਨਾਮ ਬੁੱਧੀ ਦਾ, ਖੋਟੀ ਬੁੱਧੀ ਜਰਾ, ਜਰਾ ਨਾਮ ਜੜ੍ਹਾਂ ਦਾ, ਜੜ੍ਹਾਂ ਖੋਟੀ ਬੁੱਧੀ ਜੜ੍ਹ ਤੋਂ ਹੀ ਭਲਾਈ ਭੱਜ ਜਾਏਗੀ। ਠੀਕ ਹੈ ਨਾ। ਇਹਦਾ ਅਰਥ ਇਸ ਤਰ੍ਹਾਂ ਵੀ ਲੱਗਦਾ, ਸੋ ਕੁਬੁੱਧ ਜਰਾ ਸਭ ਜਾਏ ਭਲਾਈ, ਕਿ ਉਸ ਪੜ੍ਹਨ ਵਾਲੇ ਦੀ, ਇਸ ਗ੍ਰੰਥ ਨੂੰ ਵਿਚਾਰਨ ਵਾਲੇ ਦੀ, ਕੰਠ ਧਾਰਨ ਕਰਨ ਵਾਲੀ ਦੀ ਜਿਹੜੀ ਖੋਟੀ ਬੁੱਧੀ ਆ ਅਤੇ ਜਰਾ ਜਿਹੜੀ ਅਗਿਆਨਤਾ ਦੀ ਜੜਤਾ, ਗਿਆਨ ਕਰਕੇ ਜੜਤਾ ਰਹਿੰਦੀ ਹੈ ਨਾ, ਬੇਸਮਝੀ, ਉਹ ਗਿਆਨ ਦੀ ਜੜਤਾ ਦੀ ਵਾਲੀ ਜਿਹੜੀ ਬੁੱਧ ਹੈ ਖੋਟੀ, ਉਹ ਸਭ ਜਾਏ ਭਲਾਈ, ਸਾਰੀ ਨਾ ਦੌੜ ਜਾਏਗੀ, ਭੱਜ ਜਾਏਗੀ। ਇਹ ਗ੍ਰੰਥ ਪੜ੍ਹ ਕੇ ਵਿਰਾਗੀ ਤਿਆਗੀ ਹੋ ਜਾਊਗਾ। ਹੋਰ ਵੀ ਅਰਥ ਲੱਗ ਜਾਂਦਾ। ਜਰਾ, ਜਰਾ ਨਾਮ ਜੜਤਾ ਦਾ ਹੈ, ਅਤੇ ਜੜਤਾ ਕੀ ਅਗਿਆਨ ਹੀ, ਅਥਵਾ ਅਗਿਆਨ ਵਾਲੀ ਜਿਹੜੀ ਕੁਬੁੱਧ, ਸੋ ਉਸ ਜੀਵ ਦੀ ਜਿਹੜੀ ਅਗਿਆਨਤਾ ਵਾਲੀ ਕੁਬੁੱਧ ਖੋਟੀ ਬੁੱਧੀ ਹੈ, ਉਹ ਨਾਸ ਹੋ ਜਾਏਗੀ ਜੜ ਤੋਂ। ਜਰਾ ਕੀ ਜੜ ਤੋਂ, ਉਹ ਨਾਸ ਹੋਣ ਤੋਂ ਗਿਆਨ ਪ੍ਰਾਪਤ ਕਰ ਲਵੇਗਾ। ਅਗਿਆਨ ਨਾਸ ਹੋ ਗਿਆ, ਗਿਆਨ ਪ੍ਰਾਪਤ ਹੋ ਗਿਆ। ਗਿਆਨ ਪ੍ਰਾਪਤ ਕਰਕੇ ਫਿਰ ਜਰਾ ਨਾਮ ਬੁਢਾਪੇ ਦਾ ਵੀ, ਬੁਢੇਪੇ ਦਾ, ਬੁੱਢ ਪੁਣੇ ਦਾ, ਬੁਢਾਪਾ ਅਗਿਆਨ
ਬੁਢਾਪਾ ਜਿਹੜਾ ਅਗਿਆਨ ਹੈ, ਅਗਿਆਨ ਤੋਂ ਪੈਦਾ ਜਿਹੜਾ ਦੁੱਖ ਹੈ ਸਭ ਦੌੜ ਜਾਵੇਗਾ। ਬੁਢਾਪਾ ਅਗਿਆਨ ਜਰਾ ਨਾਮ ਬੁਢੇਪੇ ਦਾ, ਸੋ ਕਬੁੱਧ ਜਰਾ ਸਭ ਜਾਏ ਮਿਟਾਈ। ਅਗਿਆਨਤਾ ਵਾਲੀ ਜਿਹੜੀ ਖੋਟੀ ਬੁੱਧੀ ਆ ਉਹ ਨਾਸ ਹੋ ਜਾਏਗੀ, ਜਰਾ ਕਹੀਏ ਜੜ ਤੋਂ। ਅਤੇ ਜਿਹੜਾ ਨਾਮ ਬੁਢਾਪੇ ਦਾ, ਬੁਢਾਪਾ ਜਿਹੜਾ ਬੁਢਾਪੇ ਕਰਕੇ ਜਿਹੜਾ ਅਗਿਆਨ ਹੈ, ਉਹ ਅਗਿਆਨ ਤੋਂ ਪੈਦਾ ਹੋਇਆ ਜਿਹੜਾ ਦੁੱਖ ਕਿੰਨਾ ਹੁੰਦਾ ਅਗਿਆਨ ਬੁਢੇਪੇ ਵੇਲੇ, ਉਹ ਸਭ ਜਾਏ ਭਲੇ ਸਾਰਾ ਹੀ ਦੌੜ ਜਾਏਗਾ। ਸੁਖ ਦੇਵਪੁਰੀ ਸੋ ਰਮੈ ਸਦ ਹੀ, ਉਹ ਸੁੱਖਾਂ ਦੀ ਦੇਵਪੁਰੀ ਕਹੀਏ ਬੈਕੁੰਠਪੁਰੀ ਵਿੱਚ। ਦੇਵਪੁਰੀ ਦਾ ਅਰਥ ਲੈਣਾ ਬੈਕੁੰਠਪੁਰੀ। ਉਹ ਸੁੱਖਾਂ ਦੀ ਜਿਹੜੀ ਦੇਵਪੁਰੀ ਹੈ ਨਾ ਬੈਕੁੰਠਪੁਰੀ ਵਿੱਚ ਸਦ ਹੀ ਹਮੇਸ਼ਾ ਹੀ ਰਮੇ ਵਿਚਰਦਾ ਰਹੇਗਾ। ਉਹ ਸੋ ਦਾ ਅਰਥ ਉਹ ਸਦਾ ਹੀ ਸੁੱਖਾਂ ਦੀ ਜਿਹੜੀ ਦੇਵਪੁਰੀ ਬੈਕੁੰਠਪੁਰੀ ਹੈ ਸਦ ਹੀ ਹਮੇਸ਼ਾ ਉਹਦੇ ਵਿੱਚ ਰਮਿਆ ਰਹੇਗਾ, ਵਿਚਰਦਾ ਰਹੇਗਾ। ਔਰ ਸ਼ਾਂਤ ਸੁਰਾਂਗਨ ਮੋਦ ਵਢਾਈ, ਜੋ ਹਿਰਦੇ ਵਿੱਚ ਸ਼ਾਂਤੀ ਪ੍ਰਾਪਤ ਹੋਵੇਗੀ। ਇਸ ਗ੍ਰੰਥ ਨੂੰ ਪੜ੍ਹਦੇ ਹਾਂ। ਔਰ ਸ਼ਾਂਤ ਜੋ ਔਰ ਹਿਰਦੇ ਸ਼ਾਂਤੀ ਪ੍ਰਾਪਤ ਹੋਏਗੀ, ਇਹੀ ਮਾਨੋ ਸੁਰ ਆਂਗਣ, ਸੁਰ ਦੇਵਤਿਆਂ ਦੀਆਂ ਆਂਗਣ ਕਹੀਏ, ਇਸਤਰੀਆਂ ਅਪਸਰਾਂ ਜਿਹੜੀਆਂ ਅਪਸਰਾਂ ਇਹੀ ਮਾਨੋ ਦੇਵਤਿਆਂ ਦੀਆਂ ਇਸਤਰੀਆਂ ਅਪਸਰਾਂ ਮੋਦ ਵਢਾਈ ਪ੍ਰਸੰਨਤਾ ਵਧਾਰੀਆਂ। ਹਿਰਦੇ 'ਚ ਸ਼ਾਂਤੀ ਆ ਮਾਨੋ ਦੇਵਤਿਆਂ ਦੀਆਂ ਇਹ ਅਪਸਰਾਂ ਹੀ ਆ, ਸ਼ਾਂਤੀ ਮਾਨੋ ਦੇਵਤੇ ਦੀਆਂ ਅਪਸਰਾਂ ਹੀ ਆ, ਜਿਹੜੀ ਸ਼ਾਂਤੀ ਕਰਕੇ ਹਿਰਦਾ ਸ਼ਾਂਤ ਹੈ, ਖੁਸ਼ੀ ਹੈ ਮਾਨੋ ਇਹ ਉਹ ਮੋਦ ਵਢਾਈ ਖੁਸ਼ੀ ਵਧਾ ਰਹੀਆਂ ਹਨ, ਪ੍ਰਸੰਨਤਾ ਵਢਾਈ ਵਧਾ ਰਹੀਆਂ ਹਨ। ਅਮਰਾਤਮ ਦੇਵ ਭਇਓ ਜਗ ਮੈਂ ਉਹ ਇਸ ਸੰਸਾਰ ਦੇ ਵਿੱਚ ਮਨੁੱਖ ਅਮਰ ਆਤਮ ਦੀ, ਉਹ ਮਨੁੱਖ ਅਮਰ ਆਤਮਾ ਦੇਵ ਜੋ ਪਰਮਾਤਮਾ, ਉਹ ਪਰਮਾਤਮਾ ਦਾ ਸਰੂਪ ਹੀ ਭਇਓ ਹੋ ਜਾਵੇਗਾ। ਅਮਰਾਤਮ ਦੇਵ ਭਇਓ ਜਗ। ਅਮਰਾਤਮ ਦੇਵ ਦਾ ਅਰਥ ਆ ਜੋ ਅਮਰਾਤਮਾ ਦੇ ਪ੍ਰਕਾਸ਼ ਰੂਪ, ਉਹ ਕੀ ਹੈ ਪਰਮਾਤਮਾ ਹੀ। ਪਰਮਾਤਮਾ ਦਾ ਸਰੂਪ ਜਗ ਭਇਓ ਜਗਵੇਂ ਸੰਸਾਰ ਦੇ ਵਿੱਚ ਭਇਓ ਹੋ ਜਾਏਗਾ। ਔਰ ਕਾਲ ਕਰਾਲ ਕੀ ਚਿੰਤ ਮਿਟਾਈ, ਫਿਰ ਉਸ ਪੁਰਖ ਨੇ ਆਪਣੇ ਔਰ ਹਿਰਦੇ ਵਿੱਚੋਂ ਮਨ ਵਿੱਚੋਂ ਕਰਾਲ ਜਿਹੜੀ ਭਿਆਨਕ ਕਾਲ ਦੀ ਚਿੰਤਾ ਮਰਨਾ ਉਹ ਮਿਟਾਈ ਮੇਟ ਦਿੰਦਾ ਹੈ। ਜਿਨ੍ਹਾਂ ਨੇ ਇਹ ਭਾਵ ਰਸਾਤਮਕ ਗ੍ਰੰਥ ਦੇ ਕਹਿੰਦੇ ਵੀ ਕੰਠ ਧਾਰਨ ਕੀਤੇ, ਹਿਰਦੇ ਵਿੱਚ ਭਾਵ ਰਸ ਧਾਰਨ ਕੀਤਾ, ਜਿਹਨੇ ਹਿਰਦੇ 'ਚ ਵਸਾਇਆ ਇਸ ਗ੍ਰੰਥ ਨੂੰ। ਕਵੀ ਜੀ ਕਹਿੰਦੇ ਮੈਂ ਦਾਅਵੇ ਨਾਲ ਕਹਿਣਾ ਵੀ ਉਹਦੇ ਹਿਰਦੇ ਵਿੱਚੋਂ ਕਾਲ ਦੀ ਜਿਹੜੀ ਭਿਆਨਕ ਚਿੰਤਾ ਉਹ ਉਹਨਾਂ ਨੇ ਮਿਟਾ ਦਿੱਤੀ ਹੈ ਅਤੇ ਮੇਟ ਦਿੱਤੀ ਜਾਏਗੀ, ਉਹਨਾਂ ਦੀ ਮੇਟੀ ਜਾਏਗੀ। ਤਾਂ ਉਹਨਾਂ ਨੂੰ ਕਾਲ ਦਾ ਡਰ ਨਹੀਂ ਰਹਿ ਜਾਏਗਾ। ਜਿਹੜੇ ਵਿਰਾਗੀ ਹੋ ਗਏ ਕਾਲ ਦਾ ਕਾਹਦਾ ਡਰ ਉਹਨਾਂ ਨੂੰ। ਵਾਹ ਔਰਨ ਕੇ ਦੁੱਖ ਦੂਰ ਕਰੇ, ਵਾਹ ਉਹ ਪੁਰਖ ਦੁਨੀਆ ਅੰਦਰ ਔਰਨ ਕੇ ਹੋਰਾਂ ਦੇ ਦੁੱਖਾਂ ਨੂੰ ਦੂਰ ਕਰਦਾ ਹੈ। ਪਦ ਪਾਵਨ ਸਿਵ ਹੈ ਨੀਤ ਲਗਾਈ, ਅਤੇ ਉਸ ਦੇ ਪਾਵਨ ਪਵਿੱਤਰ ਚਰਨ ਕਮਲਾਂ ਨੂੰ ਸਾਰੀ ਲੋਕਾਈ ਦੁਨੀਆ ਨੀਤ ਨਿਤਾ ਪ੍ਰਤੀ ਸੇਵ ਹੈ ਸੇਵਨਾ ਕਰਦੀ ਹੈ। ਵਾਹ ਔਰਨ ਕੇ ਦੁੱਖ ਦੂਰ ਕਰੇ, ਉਹ ਐਸਾ ਗਿਆਨੀ ਪੁਰਸ਼ ਨਾ ਔਰਨ ਕੇ ਹੋਰਾਂ ਦੇ ਦੁੱਖ ਦੂਰ ਕਰ ਦਿੰਦਾ। ਪਦ ਪਾਵਨ ਉਹਦੇ ਚਰਨ ਕਮਲਾਂ ਨੂੰ ਨੀਤ ਹਮੇਸ਼ਾ ਲੋਕਾਈ ਲੋਕ ਦੁਨੀਆ ਆ ਕੇ ਸੇਵਦੀ ਹੈ। ਹਲਤ ਫੁਲਤ ਉਹਨਾਂ ਦੀ ਵਡਿਆਈ ਹੁੰਦੀ ਹੈ, ਕਿਉਂਕਿ ਜਨ ਅਮਨ ਕਾ ਇਹ ਸੁਆਓ, ਜਨ ਕੈ ਸੰਗ ਚਿਤਾਵੈ ਨਾਓ, ਆਪ ਮੁਕਤ ਕਰੇ ਸੰਸਾਰ,
ਨਾਨਕ ਜਨ ਕਹੋ ਸਦਾ ਨਮਸਕਾਰ। ਉਹਨੂੰ ਸਦਾ ਹੀ ਨਮਸਕਾਰਾਂ ਲੋਕ ਕਰਦੇ। ਇੱਥੇ ਉੱਥੇ ਵਡਿਆਈ, ਇੱਥੇ ਮਿਲਣ ਵਡਿਆਈਆਂ, ਉਹਨਾਂ ਨੂੰ ਇੱਥੇ ਵਡਿਆਈਆਂ ਮਿਲਦੀਆਂ। ਅੱਗੇ ਵੀ ਉਹਨਾਂ ਦੇ ਮੁੱਖ ਉਜਲੇ ਹੁੰਦੇ ਆ। ਜਿਹੜੇ ਉੱਪਰ ਕਵੀ ਜੀ ਨੇ ਉਪਰੋਕਤ ਵਚਨ ਕਹੇ, ਜਿਨ੍ਹਾਂ ਦੀ ਅਗਿਆਨ ਦੀ ਖੋਟੀ ਬੁੱਧੀ ਜੜਤਾ ਤੋਂ ਹੀ ਭੱਜ ਗਈ ਆ, ਉਹ ਤਾਂ ਦੇਵਪੁਰੀ ਦੇ ਵਿੱਚ ਸੁਖ ਮਾਣਦੇ ਸਦਾ ਹੀ। ਇਹਦੇ ਵਿੱਚ ਉਹਨਾਂ ਦੀ ਸ਼ਾਂਤੀ ਜਿਹੜੀ ਮਨ ਨੂੰ ਇਹੀ ਦੇਵਤਿਆਂ ਦੀਆਂ ਬਸ਼ਰਾਂ ਮੋਦ ਖੁਸ਼ੀ ਵਧਾ ਰਹੀਆਂ, ਅਤੇ ਸੰਸਾਰ ਵਿੱਚ ਉਹ ਪਰਮਾਤਮਾ ਦਾ ਰੂਪ ਹੋ ਜਾਂਦਾ, ਅਤੇ ਪਰਮਾਤਮਾ ਵਿਰਾਸੀ ਹੈ। ਇਸ ਕਰਕੇ ਉਹਨਾਂ ਦੇ ਅੰਦਰੋਂ ਜਿਹੜੀ ਕਾਲ ਭਿਆਨਕ ਦੀ ਚਿੰਤਾ ਮੇਟ ਦਿੱਤੀ ਰੱਬ ਨੇ, ਪਰਮੇਸ਼ਰ ਨੇ ਆਪਣਾ ਰੂਪ ਕਰਨੇ ਕਰਕੇ। ਫਿਰ ਉਹ ਹੋਰਨਾਂ ਦੇ ਦੁੱਖ ਦੂਰ ਕਰਦੇ ਆ ਅਤੇ ਲੋਕ ਉਹਨਾਂ ਦੀ ਚਰਨਾਂ ਦੀ ਸੇਵਾ ਕਰਦੇ। ਦੋਹਰਾ ਗੌਰੀ ਰਾਇਆ ਮਾਤ ਪਿਤ। ਹੁਣ ਇਸ ਜਿਹੜਾ 125ਵਾਂ ਦੋਹਰਾ, ਇਹਦੇ ਵਿੱਚ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਨਿਰਮਲੇ ਸੰਤ ਆਪਣੇ ਮਾਤਾ ਪਿਤਾ ਜੀ ਦਾ ਨਾਮ ਅਤੇ ਜਨਮ ਭੂਮੀ ਜਿਹੜਾ ਮੇਰਾ ਨਗਰ ਹੈ ਉਹ ਲਿਖ ਰਹੇ। ਗੌਰੀ ਰਾਇਆ ਮਾਤ, ਇਹ ਭਾਈ ਮੇਰੀ ਮਾਤਾ ਦਾ ਨਾਮ, ਵਿਦਵਾਨੋ ਪੰਡਿਤੋ ਗਿਆਨੀਓ ਮਹਾਂਪੁਰਸ਼ੋ ਤਦ ਬੇਤਿਓ ਗੁਰੂ ਖਾਲਸਾ ਜੀ, ਮੇਰੀ ਮਾਤਾ ਦਾ ਨਾਮ ਗੌਰੀ ਹੈ। ਗੌਰੀ ਕਰਕੇ ਨਾਮ ਹੈ ਮੇਰੀ ਮਾਤਾ ਦਾ। ਪਿਤ ਅਰਥ ਐਵੇਂ ਲੈਣਾ, ਅਰਥ ਵਾਸਤੇ ਗੌਰੀ ਬਾਦ ਰਾਇਆ ਪਿਤ, ਅਤੇ ਕਹਿੰਦੇ ਮੇਰੇ ਪਿਤਾ ਬਾਪ ਦਾ ਨਾਮ ਰਾਇਆ ਕਰਕੇ ਹੈ। ਸੇਖ ਨਗਰ ਉਦਾਰ, ਜਿਨ੍ਹਾਂ ਦੇ ਘਰ ਮੇਰਾ ਜਨਮ ਹੋਇਆ, ਇਹ ਮੇਰੇ ਮਾਤਾ ਪਿਤਾ ਦਾ ਨਾਮ ਹੋ ਗਿਆ ਸੇਖ ਨਗਰ ਉਦਾਰ। ਫਿਰ ਭਾਈ ਮਹਾਂਪੁਰਸ਼ੋ ਸੰਤ ਜਨੋ, ਮੇਰਾ ਜਿਹੜਾ ਨਗਰ ਹੈ ਉਹ ਸੇਖਵ ਹੈ। ਸੇਖਵ ਨਾਮ ਦਾ ਨਗਰ ਹੈ ਜੋ ਉਦਾਰ, ਬਹੁਤ ਸ੍ਰੇਸ਼ਟ ਅਤੇ ਸੋਹਣਾ। ਇਹ ਪਿੱਛੇ ਆਪਾਂ ਜਦੋਂ ਜੀਵਨ ਪੜ੍ਹਿਆ ਪੰਡਿਤ ਮਹਾਰਾਜ ਜੀ ਦਾ, ਉੱਥੇ ਵੀ ਦੱਸਿਆ ਸੀ ਕਿ ਇਹ ਪਿੰਡ ਜਿਹੜਾ ਸੇਖਵ ਆ, ਜ਼ਿਲ੍ਹਾ ਲਾਹੌਰ ਆ, ਤਹਿਸੀਲ ਚੂਣੀਆਂ, ਥਾਣਾ ਸਰਾਏ ਮੁਗਲ ਵਿੱਚ ਹੈ। ਇਹ ਪਿੰਡ ਪੱਤੋ ਮੰਡੀ ਤੋਂ 4 ਮੀਲ ਪੱਕੀ ਸੜਕ 'ਤੇ ਆ, ਕੱਚੀ ਕੋਠੀ ਤੋਂ 3-4 ਕੋਹ ਦੇ ਕਰੀਬ ਹੈ ਦੂਰ। ਪੰਡਿਤ ਮਹਾਰਾਜ ਜੀ ਦੀ ਯਾਦਗਾਰ ਵਿੱਚ ਇੱਕ ਉੱਥੇ ਨਗਰ ਨਿਵਾਸੀਆਂ ਨੇ ਖੂਹ ਲਗਾਇਆ। ਇਸ ਤਰ੍ਹਾਂ ਦੱਸਿਆ ਜਾਂਦਾ ਵੀ ਉੱਥੇ ਖੂਹ ਪੰਡਿਤ ਗੁਲਾਬ ਸਿੰਘ ਮਹਾਰਾਜ ਦੀ ਯਾਦ ਵਿੱਚ ਬਣਿਆ ਹੋਇਆ। ਗੁਲਾਬ ਸਿੰਘ ਕੁਲਦੀਪ ਸੁੱਧ ਪੰਡਿਤ ਗੁਲਾਬ ਸਿੰਘ ਮਹਾਰਾਜ ਕਥਨ ਕਰਦੇ ਹੈ ਕਿ ਮੈਂ ਗੁਲਾਬ ਸਿੰਘ ਭਾਈ ਮੇਰਾ ਨਾਮ ਹੈ, ਜਿਹਨੇ ਗ੍ਰੰਥ ਲਿਖਿਆ ਹੈ। ਇੱਥੇ ਮਹਾਰਾਜ ਆਪਣਾ ਵੀ ਪੰਡਿਤ ਜੀ ਲਿਖਦੇ ਨਾਮ, ਕਹਿੰਦੇ ਗੁਲਾਬ ਸਿੰਘ ਮੇਰਾ ਨਾਮ ਹੈ ਅਤੇ ਮੈਂ ਉਹਨਾਂ ਦਾ ਗੌਰੀ ਰਾਇਆ ਮਾਤਾ ਪਿਤਾ ਦਾ ਪੁੱਤਰ ਹਾਂ, ਅਤੇ ਪੁੱਤਰ ਬਣ ਕੇ ਆਪਣੀ ਜਿਹੜੀ ਕੁਲ ਹੈ ਵੰਸ਼ ਹੈ ਉਹਨੂੰ ਦੀਵੇ ਸਮਾਨ ਰੌਸ਼ਨ ਕੀਤਾ। ਉਹ ਪਿੱਛੇ ਕਹਿ ਰਹੇ ਸੀ ਨਾ ਵੀ ਮਾਂ ਦਾ ਐਸਾ ਧੀ ਪੁੱਤ ਜੰਮੇ, ਜਾਂ ਹਰੀ ਦਾ ਭਗਤ ਹੋਵੇ, ਜਾਂ ਸੂਰਮਾ ਹੋਵੇ, ਜਾਂ ਦਾਨੀ ਹੋਵੇ। ਅਤੇ ਪੰਡਿਤ ਮਹਾਰਾਜ ਦੇ ਸੂਰਮੇ ਵੀ ਹੈ, ਦਾਨੀ ਵੀ ਹੈ, ਵਿੱਦਿਆ ਦੇ ਬੜੇ ਵੱਡਾ ਦਾਨੀ ਹੈ। ਆ ਕਿੱਡਾ ਵੱਡਾ ਦਾਨ ਦਿੱਤਾ ਗ੍ਰੰਥ ਲਿਖ ਕੇ। ਅਤੇ ਫਿਰ ਹਰੀ ਦੇ ਭਗਤ ਵੀ ਹੈ। ਸਾਰੀ ਗੱਲ ਹੀ ਪਰਮਾਰਥ ਦੀ ਲਿਖੀ, ਕੋਈ ਬੰਦੇ ਦੀ ਗੱਲ ਤਾਂ ਲਿਖੀ ਨਹੀਂ ਉਹਨੇ, ਆਮ ਵਿਚਾਰ ਦੇ ਹੈ ਹੀ ਨਹੀਂ, ਸਾਰੀ ਪਰਮਾਰਥ ਦੀ ਵਿਚਾਰ। ਕਹਿੰਦੇ ਪੰਡਿਤ ਗੁਲਾਬ ਸਿੰਘ ਜੀ ਕਿ ਮੈਂ ਭਾਈ ਗੁਲਾਬ ਸਿੰਘ ਨੇ ਉਹਨਾਂ ਦਾ ਆਪਣੇ ਮਾਤਾ ਪਿਤਾ ਦਾ ਪੁੱਤਰ ਬਣ ਕੇ ਆਪਣੀ ਜਿਹੜੀ ਕੁਲ ਆ ਵੰਸ਼ ਆ ਉਹਨੂੰ ਦੀਵੇ ਵਾਂਗ ਰੌਸ਼ਨ ਕੀਤਾ। ਜਿਵੇਂ ਦੀਵਾ ਪ੍ਰਕਾਸ਼ੇ ਅਤੇ ਸਾਰੇ ਪਾਸੇ ਚਾਨਣੀ ਕਰ ਦਿੰਦਾ, ਮੈਂ ਆਪਣੀ ਕੁਲ ਵਿੱਚ ਪ੍ਰਕਾਸ਼ ਕੀਤਾ। ਇਸ ਤਰ੍ਹਾਂ ਗਿਆਨੀ ਬਣ ਕੇ ਤੁਸੀਂ ਵੀ ਕਰੋ ਭਾਈ, ਗਿਆਨੀ ਮਾਂ ਬਣ ਕੇ, ਸੱਚੇ ਗਿਆਨੀ ਬਣ ਕੇ ਕਰਿਓ ਗ੍ਰੰਥ ਨਿਰਧਾਰ। ਸਤ ਅਸਤ, ਝੂਠ ਸੱਚ, ਸਾਰ ਅਸਾਰ, ਇਹਦਾ ਸਾਰਾ ਨਿਰਧਾਰ ਨਿਰਣਾ ਕਰਕੇ ਇਹ ਜਿਹੜਾ ਕਰਿਓ ਗ੍ਰੰਥ
ਭਾਵ ਰਸ ਅੰਮ੍ਰਿਤ ਗ੍ਰੰਥ ਹੈ। ਭਾਵ ਰਸ ਅੰਮ੍ਰਿਤ, ਪ੍ਰੇਮ ਦੇ ਰਸ ਵਾਲੇ, ਸ਼ਰਧਾ ਦੇ ਰਸ ਵਾਲੇ, ਭਾਵਨਾ ਦੇ ਰਸ ਵਾਲੇ ਅੰਮ੍ਰਿਤ ਰੂਪੀ ਬਚਨਾਂ ਵਾਲਾ ਜਿਹੜਾ ਗ੍ਰੰਥ ਹੈ, ਇਹ ਮੈਂ ਕਰਿਓ। ਇਹਦੀ ਭਾਈ ਰਚਨਾ ਕੀਤੀ ਹੈ ਸਤ ਅਸਤ ਦੀ ਵਿਚਾਰ ਕਰਕੇ। ਸੱਚ ਕੀ ਹੈ, ਝੂਠ ਕੀ। ਸੰਸਾਰ ਝੂਠ ਹੈ, ਪਰਮੇਸ਼ਰ ਸੱਚ ਹੈ। ਪਰਮਾਤਮਾ ਸ੍ਰੇਸ਼ਟ, ਸਾਰ ਸ੍ਰੇਸ਼ਟ ਹੈ, ਜਗਤ ਅਸਾਰ ਅਸ੍ਰੇਸ਼ਟ ਹੈ। ਇਹ ਨਿਰਣਾ ਕਰਕੇ ਗ੍ਰੰਥ ਰਚਨਾ ਕੀਤਾ। ਦੋਹਰਾ ਬੰਦੋ ਸੀਤਾ ਪਤ ਸਦਾ। ਇਹ ਭਾਈ ਸੀਤਾ ਮਾਤਾ ਜੀ ਦੇ ਜੋ ਪਤੀ ਭਗਵਾਨ ਸ਼੍ਰੀ ਰਾਮ ਚੰਦਰ ਜੀ ਹੈ, ਉਹਨਾਂ ਨੂੰ ਮੈਂ ਸਦਾ ਹਮੇਸ਼ਾ ਹੀ ਬੰਦੋ ਨਮਸਕਾਰ ਕਰਦਾ ਹਾਂ। ਚਿੱਦ ਘਨ ਬ੍ਰਹਮ ਬੁਰਾਰ, ਜੋ ਚਿੱਦ ਘਨ, ਚਿੱਦ ਨਾਮ ਚੇਤਨ ਦਾ, ਜੋ ਚੇਤਨ ਸਰੂਪ ਹੈ। ਧਨ ਨਾਮ ਬੱਦਲ ਦਾ ਹੁੰਦਾ, ਜੋ ਬੱਦਲ ਵਾਂਗ ਸਿਆਮ ਰੰਗ ਵਾਲੇ, ਸਾਵਲ ਸੁੰਦਰ ਰਾਮਈਆ। ਜੋ ਘਨ ਨਾਮ ਬੱਦਲ ਦਾ, ਚਿੱਦ ਨਾਮ ਚੇਤਨ ਦਾ, ਜੋ ਚੇਤਨ ਸਰੂਪ ਹੈ ਬੱਦਲ ਵਾਂਗ। ਉਹ ਕਾਲੇ ਜੇ, ਕਾਲੇ ਨੀਲੇ ਜੇ ਸਿਆਮ ਰੰਗ, ਕਾਲੀ ਘਟਾ ਵਰਗੇ। ਅਥਵਾ ਚਿੱਦ ਘਨ ਹੁੰਦਾ ਅਰਥ ਸਤ ਚੇਤਨ ਆਨੰਦ ਸਰੂਪ। ਚਿੱਦ ਨਾਮ ਹੁੰਦਾ ਚੇਤਨ ਦਾ, ਅਤੇ ਚੇਤਨ ਕਹਿੰਦੇ ਚਿੱਤ ਨੂੰ। ਸਤ ਚਿੱਤ ਆਨੰਦ ਸਰੂਪ ਹੈ ਜੋ, ਅਤੇ ਬ੍ਰਹਮ ਜੋ ਵਿਆਪਕ ਸਰੂਪ ਹੈ, ਅਤੇ ਮੁਰਾਰ ਮੁਰ ਦੈਂਤ ਨੂੰ ਮਾਰਨ ਵਾਲੇ ਹਨ। ਪ੍ਰਭੂ ਦੇ ਸਰੂਪ ਹਨ ਤ੍ਰੇਤੇ ਸਤਿਗੁਰੂ ਰਾਮ ਜੀ। ਦਵੰਦੋ ਸੀਤਾ ਪਤ ਸਦਾ, ਸਿੱਧਾ ਵੀ ਅਰਥ ਲੱਗਦਾ ਅੰਤਰੀਵ। ਮੈਂ ਕਹਿੰਦੇ ਨਮਸਕਾਰ ਕਰਦਾ। ਸੀਤਾ ਕਹੀਏ ਮਾਇਆ, ਮਾਇਆ ਦਾ ਜੋ ਪਤੀ ਯੋਗੀ ਪਰਮਾਤਮਾ ਬ੍ਰਹਮ ਵਾਹਿਗੁਰੂ, ਉਸ ਨੂੰ ਸਦਾ ਨਮਸਕਾਰ ਕਰਦਾ। ਬੰਦਨਾ ਹਰ ਬੰਦਨਾ, ਜੋ ਚਿੱਦਘਨ, ਜੋ ਸਤ ਚੇਤਨ ਆਨੰਦ ਸਰੂਪ ਹੈ, ਅਤੇ ਬ੍ਰਹਮ ਵਿਆਪਕ ਸਰੂਪ ਹੈ, ਅਤੇ ਮੁਰਾਰੀ ਮੁਰ ਦੈਂਤ ਨੂੰ ਮਾਰਨ ਵਾਲੇ, ਮੋਹ ਆਦਿ ਕਾਮ ਕ੍ਰੋਧ ਦੋ ਮੋਹ ਹੰਕਾਰ ਦੇ ਜੋ ਹਰੀ ਨਾਮ ਵੈਰੀ ਹਨ, ਅਤੇ ਕੱਟ ਦੇਣ ਵਾਲੇ ਐਸੇ ਪਰਮੇਸ਼ਰ ਨੂੰ ਮੇਰੀ ਨਮਸਕਾਰ ਹੈ। ਤਿਲਕ ਰਾਜ ਦਿਓ ਭਗਤ ਕੋ, ਜਿਨ੍ਹਾਂ ਨੇ ਰਾਵਣ ਨੂੰ ਮਾਰ ਕੇ ਤਿਲਕ ਰਾਜ ਦਿਓ ਭਗਤ ਕੋ, ਜਿਨ੍ਹਾਂ ਨੇ ਆਪਣੇ ਪਿਆਰੇ ਭਗਤ ਭੀਖਣ ਨੂੰ, ਜਿਹੜਾ ਲੰਕਾਪਤੀ ਰਾਜਾ ਬਣਾ ਕੇ ਤਿਲਕ ਦੇ ਦਿੱਤਾ ਸੀ, ਸੋਨੇ ਦੀ ਲੰਕਾ ਦਾ ਰਾਜ ਦੇ ਦਿੱਤਾ ਸੀ। ਰਾਵਣ ਕੋ ਰਣ ਮਾਰ, ਜਿਨ੍ਹਾਂ ਨੇ ਰਾਵਣ ਕੋ ਅਰਥ ਨੂੰ ਰਾਵਣ ਨੂੰ ਰਣ ਮਾਰ, ਰਣ ਨਾਮ ਯੁੱਧ ਦਾ, ਯੁੱਧ ਦੇ ਮੈਦਾਨ ਵਿੱਚ ਮਾਰ ਕੇ ਉਸ ਦੀ ਜਿਹੜੀ ਲੰਕਾ ਸੀ, ਤਿਲਕ ਰਾਜ, ਉਸ ਦੀ ਜਿਹੜੀ ਲੰਕਾ ਸੀ, ਉਹ ਲੰਕਾ ਦਾ ਰਾਜ ਭਾਗ ਆਪਣੇ ਭਗਤ ਭੀਖਣ ਨੂੰ ਦੇ ਦਿੱਤਾ। ਜੋ ਬਚਨ ਦਿੱਤਾ ਸੀ ਨਾ, ਆਓ ਲੰਕੇਸ਼, ਕਹਿੰਦਾ ਮਹਾਰਾਜ ਮੈਂ ਲੰਕੇਸ਼ ਕਿੱਥੋਂ, ਮੈਂ ਤਾਂ ਉਹਦਾ ਭਰਾ ਗਰੀਬੜਾ। ਕਹਿੰਦੇ ਤੂੰ ਹੀ ਲੰਕੇਸ਼ ਹੋਏ ਹੁਣ, ਤੇ ਉਹ ਬਚਨ ਪੂਰਾ ਕੀਤਾ ਸੀ। ਇਹਦੇ ਤਿਲਕ ਦੀ ਥਾਂ ਪਾਠ ਲੰਕ ਵੀ ਹੈ। ਲੰਕ ਰਾਜ ਦਿਓ ਭਗਤ ਕੋ, ਕਿ ਜਿਸ ਲੰਕਾ ਦਾ ਰਾਜ ਭਾਗ ਆਪਣੇ ਭਗਤ ਨੂੰ ਦਿੱਤਾ, ਰਾਵਣ ਕੋ, ਰਾਵਣ ਨੂੰ ਰਣ ਯੁੱਧ ਵਿੱਚ ਅਗਨ ਬਾਣ ਮਾਰ ਕੇ, ਠੀਕ ਹੈ ਨਾ। ਰਾਮ ਚੰਦ ਮਾਰਿਓ ਇਹ ਰਾਵਣ, ਭੇਦ ਭੀਖਣ ਗੁਰਮੁਖ ਪਰਚਾਇਣ। ਗੁਰਮੁਖ ਬਾਂਧਿਓ ਸੇਤ ਬਰਤਾਤੇ, ਲੰਕਾ ਲੁੱਟੀ ਜੈ ਵ੍ਰਿੰਦਾਵੇ। ਰਾਮ ਚੰਦ ਮਾਰਿਓ ਇਹ ਰਾਵਣ, ਭੇਦ ਭੀਖਣ ਗੁਰਮੁਖ ਪਰਚਾਇਣ। ਭੇਦ ਦਾ ਪਰਚਾ ਦਿੱਤਾ ਸੀ ਨਾ ਗੁਰਮੁਖ ਨੇ। ਅਤੇ ਅੰਤਰੀ ਬਸ ਤਿਲਕ ਰਾਜ, ਲੰਕ ਰਾਜ ਦਿਓ ਭਗਤ ਕੋ, ਜਿਹੜਾ ਰਾਵਣ ਕੋ ਰਣ ਮਾਰ। ਰਾਵਣ ਕੌਣ? ਹੰਕਾਰ। ਹੰਕਾਰ ਨੂੰ ਯੁੱਧ ਵਿੱਚ, ਜਿੱਥੇ ਆਸਰੀ ਸੰਪਦਾ, ਦੈਵੀ ਸੰਪਦਾ ਰੂਪੀ ਯੁੱਧ ਹੋ ਰਿਹਾ, ਉੱਥੇ ਹੰਕਾਰ ਰੂਪੀ ਰਾਜੇ ਨੂੰ ਮਾਰ ਕੇ
ਵਿਵੇਕ ਰੂਪੀ ਰਾਜੇ ਦੇ ਸਹਿਤ ਹੋ ਕੇ ਯੁੱਧ ਵਿੱਚ ਮਾਰ ਕੇ ਲੰਕ ਰਾਜ ਦੀ ਭਗਤ ਤੋਂ ਆਪਣੇ ਭਗਤ ਜਨਾਂ ਨੂੰ ਜਿਹੜਾ ਸਵੈ ਸਰੂਪ ਰੂਪੀ ਲੰਕਾ ਹੈ ਉਸ ਦੀ ਪ੍ਰਾਪਤੀ ਦਾ ਰਾਜ ਭਾਗ ਦਿੱਤਾ। ਜੋ ਆਤਮਾ ਪਰਮਾਤਮਾ ਇੱਕੋ ਕਰ ਦੀ ਅਵਸਥਾ ਹੈ ਨਾ, ਜਿਹੜਾ ਆਤਮ ਸਰੂਪ ਦੀ ਪ੍ਰਾਪਤੀ ਲੰਕਾ ਰਾਜ ਐਸਾ ਆਪਣੇ ਭਗਤਾਂ ਨੂੰ ਦਿੱਤਾ ਹੈ। ਰਾਵਣ ਕਹੀਏ ਅਹੰਕਾਰ ਰੂਪੀ ਰਾਵਣ ਨੂੰ ਜਿਹੜਾ ਯੁੱਧ ਵਿੱਚ ਮਾਰ ਕੇ ਖਤਮ ਕਰਕੇ ਅਗਿਆਨ ਦੇ ਸਾਰੇ ਅਗਿਆਨ ਦੇ ਅੰਗਾਂ ਨੂੰ ਕੱਟ ਦੇ। ਦੋਹਰਾ ਗੁਰੂ ਨਾਨਕ ਗੋਬਿੰਦ ਕੇ ਸ੍ਰੀ। ਹੁਣ ਕਵੀ ਸਾਹਿਬ ਜੀ ਪਹਿਲਾਂ ਰਾਮਚੰਦਰ ਜੀ ਦਾ ਮੰਗਲ ਕੀਤਾ, ਕਿਉਂਕਿ ਕਾਂਸ਼ੀ ਪੜ੍ਹੇ ਸਨ ਜਿਵੇਂ ਪੰਡਿਤ ਮਹਾਰਾਜ ਕੋ ਪੜ੍ਹੇ, ਜਿਸ ਕਿਉਂ ਫਿਰ ਉਹਦੀ ਮਰਿਆਦਾ ਅਨੁਸਾਰ ਹੀ ਚੱਲਣਾ ਪੈਂਦਾ। ਜੇ ਨਿਰਾਸ਼ ਸ਼੍ਰੀ ਰਾਮਚੰਦਰ ਭਗਵਾਨ ਦੇ ਉਪਾਸਕ ਹੁੰਦੇ ਤੇ ਕਵੀ ਮਹਾਰਾਜ ਇੱਥੇ ਗੁਰੂ ਨਾਨਕ ਸਾਹਿਬ ਜੀ ਦਾ ਮੰਗਲ ਨਾ ਕਰਦੇ, ਕਹਿੰਦੇ ਵੀ ਆਪਣੇ ਗੁਰੂ ਦਾ ਤੇ ਹੋ ਗਏ। ਪਰ ਨਹੀਂ, ਜੋ ਸਮਝਦਾਰ ਹਨ ਉਹ ਸਾਰੇ ਕਿਤੇ ਨਿਭਾਉਂਦੇ ਆ। ਇਸੇ ਤਰ੍ਹਾਂ ਜਾਈਦਾ, ਜਿੱਥੋਂ ਵਿੱਦਿਆ ਲੈਣੀ ਉੱਥੋਂ ਦੀ ਸਿੱਖਿਆ ਮੰਨਣੀ ਪੈਂਦੀ। ਜੈਸਾ ਦੇਸ਼ ਤੈਸਾ ਵੇਸ਼, ਵਿੱਦਿਆ ਗੁਰੂ ਤੇ ਫਿਰ ਵਿੱਦਿਆ ਗੁਰੂ ਹੀ, ਉਸਤਾਦ ਕੋਈ ਵੀ ਹੋਵੇ ਸਤਿਕਾਰ ਉਹਦਾ ਕਰਨਾ ਚਾਹੀਦਾ। ਸੁਰਾ ਵਿਚਾਰ ਦੋਹਰਾ ਗੁਰੂ ਨਾਨਕ ਗੋਬਿੰਦ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਦਸਾਂ ਪਾਤਸ਼ਾਹੀਆਂ ਦੇ ਮੰਜ਼ਲ ਪਾਦ ਉਦਾਰ, ਜਿਹੜੇ ਮੰਜ਼ਲ ਉਜਲ ਤੇ ਉਦਾਰ ਸ੍ਰੇਸ਼ਟ ਪਾਦ ਚਰਨ ਕਮਲ ਹਨ। ਨਿਸ ਦਿਨ ਬੰਦੋਂ ਜੋਰ ਕਰ ਉਹਨਾਂ ਚਰਨ ਕਮਲਾਂ ਦੇ ਉੱਪਰ ਦੋਵੇਂ ਕਹਿੰਦੇ ਮੈਂ ਕਰ ਨਾਮ ਕਰੀਏ ਹੱਥਾਂ ਦਾ ਜੋਰ ਨਾਲ ਜੋੜਦਾ। ਦੋਵੇਂ ਹੱਥ ਜੋੜ ਕਰਕੇ ਨਿਸ ਦਿਨ ਰਾਤ ਦਿਨ ਬੰਦੋਂ ਨਮਸਕਾਰ ਕਰਦਾ ਹਾਂ। ਭਾਵ ਮੋਚਕ ਸੁਖ ਕਰ ਜੋ ਚਰਨ, ਭਾਵ ਜੰਮਣ ਮਰਨ ਦੇ ਇਸ ਸੰਸਾਰ ਦੇ ਜਿਹੜੇ ਭਾਵ ਕਹੀਏ ਭੈ ਹੈ, ਭੈ ਤੋਂ ਭੈ ਦੇ ਮੋਚਕ, ਭੈ ਜੰਮਣ ਮਰਨ ਦੇ ਭੈ ਤੋਂ ਮੋਚਕ ਕਹੀਏ ਛਡਾਉਣ ਵਾਲੇ ਅਤੇ ਸੁਖਕਾਰੀ ਹੈ, ਸੁੱਖ ਪੈਦਾ ਕਰਨ ਵਾਲੇ ਹਨ। ਰਾਤ ਦਿਨ ਦੋਵੇਂ ਹੱਥ ਜੋੜ ਕੇ ਕਹਿੰਦੇ ਉਹਨਾਂ ਚਰਨ ਕਮਲਾਂ ਨੂੰ ਮੈਂ ਨਮਸਕਾਰ ਕਰਦਾ, ਜਿਹੜੇ ਭਾਵ ਇਹ ਜੰਮਣ ਮਰਨ ਦੇ ਭੈ ਤੋਂ ਸੰਸਾਰ ਦੇ ਵਿੱਚ ਬੇਅੰਤ ਤਰ੍ਹਾਂ ਦੇ ਭੈ ਦੇ ਤੋਂ ਮੋਚਕ ਕਹੀਏ ਛਡਾਉਣ ਵਾਲੇ, ਸੁੱਖ ਤੇ ਸੁਖਕਾਰ ਸੁਖਕਾਰੀ ਹੈ, ਸੁੱਖ ਪੈਦਾ ਕਰਨ ਵਾਲੇ ਹਨ। ਇਹ ਗੁਰੂ ਨਾਨਕ ਗੋਬਿੰਦ ਕੇ ਕਹਿਣ ਦਾ ਅਰਥ ਕਵੀ ਦਾ ਤੰਬਤਾ ਵਿੱਚ ਵੀ ਬੋਲਿਆ, ਮੰਗਲ ਕੀਤਾ ਗੁਰੂ ਨਾਨਕ ਸਾਹਿਬ ਦਸਵੇਂ ਪਾਤਸ਼ਾਹ ਜੀ ਦਾ। ਇੱਥੇ ਵੀ ਸੰਖੇਪ ਰੂਪ ਵਿੱਚ ਕੀਤਾ ਗੁਰੂ ਨਾਨਕ ਗੋਬਿੰਦ। ਇਹ ਦੋ ਨਾਮ ਲੈਣ ਦੇ ਨਾਲ ਹੀ ਦਸਾਂ ਪਾਤਸ਼ਾਹਾਂ ਦੇ ਨਾਮ ਆ ਜਾਂਦੇ। ਇਹ ਵਿਦਵਾਨਾਂ ਨੇ ਕੜਾਹ ਕੁੰਡਲ ਨੀਤੀ ਜਿਹੜੀ ਵਰਤੀ ਹੈ, ਕੜਾਹ ਕੁੰਡਲ ਨੀਤੀ ਨੂੰ ਕਿਹਾ ਜਾਂਦਾ। ਜਿਵੇਂ ਕੜਾਹੀ ਦੇ ਦੋਵੇਂ ਕੁੰਡੇ ਫੜੇ ਜਾਣ, ਸਾਰੀ ਕੜਾਹੀ ਚੁੱਕੀ ਜਾਂਦੀ, ਵਿੱਚੋਂ ਨਹੀਂ ਫੜਨੀ ਪੈਂਦੀ। ਇਸੇ ਤਰ੍ਹਾਂ ਹੀ ਸਤਿਗੁਰੂ ਨਾਨਕ ਸਾਹਿਬ ਜੀ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮੰਗਲ ਜਦੋਂ ਕੀਤਾ ਜਾਏ ਜਾਂ ਨਾਮ ਲੈ ਲਿਆ ਜਾਏ ਅਤੇ ਦਸੇ ਗੁਰੂ ਸਾਹਿਬਾਨਾਂ ਦਾ ਨਾਮ ਕੜਾਹ ਕੁੰਡਲ ਨੀਤੀ ਦੀ ਤਰ੍ਹਾਂ ਲਿਆ ਜਾਂਦਾ ਹੈ, ਆ ਜਾਂਦਾ ਹੈ। ਗੁਰੂ ਨਾਨਕ ਗੋਬਿੰਦ ਰੂਪ ਇੱਕ ਹੀ ਸਰੂਪ ਹੈ ਮਹਾਰਾਜ। ਦਸੇ ਪਾਤਸ਼ਾਹੀਆਂ ਦਾ ਨਾਮ ਆ ਜਾਂਦਾ। ਜਿਹੜੇ ਅਗਿਆਨੀ ਮਹਾਂਪੁਰਸ਼ ਆ ਉਹ ਫਿਰ ਕਥਾ ਕਰਦਿਆਂ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਾਮ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਮ ਲੈ ਲੈਂਦੇ। ਹਿਮਾਚਲ ਦੇ ਵਿਦਿਆ ਗੁਰੂ ਸੰਤ ਗਿਆਨੀ ਅਮਰਜੀਤ ਸਿੰਘ ਜੀ ਸ੍ਰੀ ਹਜ਼ੂਰ ਸਾਹਿਬ ਵਾਲੇ ਮਹਾਂਪੁਰਸ਼, ਜੋ ਹਜ਼ੂਰ ਸਾਹਿਬ ਮੁੱਖ ਕਥਾਕਾਰ ਸਨ, ਜਿਨ੍ਹਾਂ ਨੇ ਕਾਫੀ ਲੰਬਾ ਸਮਾਂ 25 ਸਾਲ ਤੋਂ ਉੱਪਰ ਗੁਰੂ ਘਰ ਦੀ ਸੇਵਾ ਕੀਤੀ ਸੀ, ਸੱਚਖੰਡ ਕਥਾ ਕੀਤੀ। ਉਹਨਾਂ ਨੇ ਜਿੰਨੀ ਵੀ ਕਥਾ ਅਸੀਂ ਕੀਤੀ ਸੁਣੀ ਹੈ, ਉਹ ਜਦੋਂ ਵੀ ਕਥਾ ਕਰਿਆ ਕਰਦੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਨਾਮ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਮ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਨਾਮ ਲੈ ਕੇ ਫਿਰ ਕਥਾ ਸ਼ੁਰੂ ਕਰਿਆ ਕਰਦੇ।
ਉਹਨਾਂ ਦੀ ਰਿਕਾਰਡਿੰਗ ਹੋਣੀ ਹੈ ਪਈ ਸਾਡੇ ਕੋਲ। ਉਹ ਐਵੇਂ ਹੀ ਕਥਾ ਕਰਿਆ ਕਰਦੇ ਸਨ ਅਤੇ ਇਹਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ। ਜਦੋਂ ਇਸ ਤਰ੍ਹਾਂ ਪ੍ਰੇਮ ਨਾਲ ਨਾਮ ਲੈਣਾ, ਕਈ ਦੇ ਕਥਾ ਪੈਂਦਿਆਂ ਲੈਂਦੇ ਸ਼ੁਰੂ ਕਰ ਦਿੰਦੇ, ਕੋਈ ਨਾਮ ਨਹੀਂ ਲੈਣਾ ਹੁੰਦਾ। ਅਤੇ ਜਿਸ ਗੁਰੂ ਦੀ ਕਥਾ ਕਰਨੀ ਆ, ਜੇ ਉਹਦਾ ਨਾਮ ਹੀ ਨਹੀਂ ਲੈਣ ਦਾ ਸਮਾਂ, ਕਥਾ ਵੀ ਕਾਹਦੀ ਸੁਣਾਉਣੀ। ਸੋ ਰਹੋ ਵਿਚਾਰ। ਦੋਹਰਾ ਜਾ ਪਦ ਪੰਕਜ ਹੇਰ ਕੈ ਉਪਰ ਰੇ ਦੋਹਰੇ ਵਿੱਚ ਕਵੀ ਜੀ ਨੇ ਕੜਾਹਾ ਕੁੰਡਲ ਨੀਤੀ ਵਰਤੀ ਹੈ, ਇਹ ਸਮਝ ਲੈਣਾ। ਦੋਹਰਾ ਜਾ ਪਦ ਪੰਕਜ ਹੇਰ ਕੈ, ਜਿਨ੍ਹਾਂ ਦੇ ਹੁਣ ਆਪਣੇ ਵਿਦਿਆ ਦਾਤੇ ਦਾ ਮੰਗਲ ਕਰਦੇ ਕਵੀ ਸਾਹਿਬ ਜੀ, ਕਹਿੰਦੇ ਵੀ ਜਾ ਕਹੀਏ ਜਿਨ੍ਹਾਂ ਦੇ ਪਦ ਪੰਕਜ, ਪਦ ਚਰਨ ਪੰਕਜ ਕਮਲ, ਜਿਨ੍ਹਾਂ ਦੇ ਚਰਨ ਕਮਲਾਂ ਨੂੰ ਹੇਰ ਕਹੀਏ ਦੇਖ ਕਰਕੇ ਹੀ ਹਰਿਓ ਨਿਖਲ ਭਵ ਸੁਭਾਰ। ਨਿਖਲ ਜਿਹੜਾ ਸਮੂਹ, ਭਵ ਨਾਮ ਸੰਸਾਰ ਦਾ, ਸਮੂਹ ਸੰਸਾਰ ਦਾ ਜਿਹੜਾ ਭਾਰ ਬੋਝ ਦੁੱਖ ਹੈ, ਹਰਿਓ ਨਾਸ ਹੋ ਜਾਂਦਾ ਹੈ। ਨਾਸ ਸਾਡਾ ਹੋ ਗਿਆ। ਅਤੇ ਜਿਨ੍ਹਾਂ ਦੇ ਚਰਨ ਕਮਲਾਂ ਨੂੰ ਦੇਖ ਕੇ ਇਹ ਸੰਸਾਰ ਦੇ ਸਮੂਹ ਭਾਰ ਬੋਝ ਦੁੱਖ ਹਰਿਓ ਨਾਸ ਹੋ ਜਾਂਦੇ ਹੈ। ਵਿਦਿਆ ਗੁਰੂ ਉਧਾਰ ਕੋ ਐਸੇ ਸ੍ਰੇਸ਼ਟ ਉਧਾਰ, ਅਰਥ ਸ੍ਰੇਸ਼ਟ, ਸ੍ਰੇਸ਼ਟ ਵਿਦਿਆ ਗੁਰੂ ਭਾਵ ਸੰਤ ਮਾਨ ਸਿੰਘ ਜੀ ਮੇਰੇ ਗੁਰੂ ਆ। ਉਹ ਸੰਤ ਮਾਨ ਸਿੰਘ ਜੀ ਗੁਰੂ ਦੇ ਉਹਦਾ ਅਰਥ ਦੇਖਣ ਤੇ ਮਾਨ ਸਿੰਘ ਜੀ ਗੁਰੂ ਦੇ ਬੰਦੋ ਨਮਸਤਕ ਧਾਰ, ਚਰਨ ਕਮਲਾਂ ਉੱਪਰ ਮੈਂ ਕਹਿੰਦੇ ਆਪਣਾ ਮਸਤਕ ਮੱਥਾ ਧਾਰ ਕਹੀਏ ਰੱਖ ਕੇ ਬੰਦੋ ਨਮਸਕਾਰ ਕਰਦਾ ਹਾਂ। ਉਹ ਸੰਤ ਮਾਨ ਸਿੰਘ ਜੀ ਦੇ ਸੰਖੇਪ ਜੀਵਨ ਦੇ ਬਾਰੇ ਆਪਾਂ ਪਿੱਛੇ ਜਦੋਂ ਪੰਡਿਤ ਗੁਲਾਬ ਸਿੰਘ ਮਹਾਰਾਜ ਜੀ ਦੀ ਜੀਵਨੀ ਦੱਸੀ ਆ, ਉੱਥੇ ਹੀ ਆਪਾਂ ਸਾਰਾ ਪੜ੍ਹ ਆਏ ਹਾਂ। ਹਾਂਜੀ। ਸਵਈਆ ਮੋਹ ਮਦ ਕਾਛਰ ਲੋਹ ਦਗਾ ਮਲ, ਸੰਭ ਕਭੀ ਔਰ ਮਾਹੇ ਨਾ ਧਾਰੋ। ਹੁਣ ਪੰਡਿਤ ਮਹਾਰਾਜ ਜੀ ਜਿਹੜਾ ਹੈ ਉਹ ਮੰਗਲ ਅਗਲੀ ਜਿਹੜੀ ਸਿੱਖਿਆ ਅਖੀਰਲੀ ਉਹ ਕਥਨ ਹੁਣ ਕਰ ਰਹੇ ਇਸ ਹੋਈਏ ਦੇ ਵਿੱਚ। ਸਵਈਆ ਮੋਹ ਮਦ ਕਾਛਰ ਲੋਹ ਦਗਾ ਮਲ, ਸੰਭ ਕਵੀ ਔਰ ਮਾਹੇ ਨਾ ਧਾਰੋ। ਇਹ ਸਵਈਆ ਜਿਹੜਾ ਪੜ੍ਹੀਏ ਇਹਦੇ ਅਰਥ ਕਰਨੇ ਬੜੇ ਕਠਿਨ ਲੱਗਦੇ ਆ, ਪਰ ਕਰਨਾ ਕੀ ਇਹਦੇ ਵਿੱਚ ਕਿ ਅੱਧੀ ਤੁਕ ਦੇ ਅੱਖਰ ਅੱਗੇ ਪਿੱਛੇ ਕਰਨੇ, ਅਰਥ ਸਪਸ਼ਟ ਆਪੇ ਹੋ ਜਾਊਗਾ। ਜਿਹੜੇ ਪਹਿਲੇ 7 ਅਗਲੇ ਅੱਖਰ ਆ ਇਹਨਾਂ ਨੂੰ ਵੱਖਰੇ ਕਰ ਲੈਣਾ, ਅਤੇ ਜਿਹੜੇ ਮਗਰਲੇ ਦੇ 7 ਅੱਖਰ ਆ ਉਹਨਾਂ ਨਾਲ ਅੱਖਰਾਂ ਨੂੰ ਜੋੜੀ ਜਾਣਾ। ਇਹਨੂੰ ਵਿਦਵਾਨ ਜਨਾਂ ਨੇ ਪ੍ਰੇਹਲਿਕਾ ਅਲੰਕਾਰ ਕਿਹਾ। ਉਹ ਕਿਵੇਂ, ਇਹ ਸਾਰਾ ਸਵਈਆ ਹੀ ਇਸੇ ਤਰ੍ਹਾਂ ਪ੍ਰੇਹਲਿਕਾ ਅਲੰਕਾਰ ਦੇ ਨਾਲ, ਜਿੱਦਾਂ ਲਿਖਿਆ ਮੋਹ, ਇਹ 7 ਅੱਖਰ ਪਰਲੇ ਪਰੇ ਕਰ ਲੈਣੇ। ਮੋਹ ਮਦ ਕਾਛਰ ਲੋ, ਇਹ 7 ਅੱਖਰ ਬਣਦੇ, ਹਾਹ ਕੱਢ ਦੇਣਾ, ਹਾਹ ਦੂਜੇ ਪਾਸੇ ਕਰ ਲੈਣਾ, ਅਤੇ ਕੀ ਬਣੂਗਾ। ਅਤੇ ਇਹ ਜਿਹੜਾ ਮੋਹ ਵਾਲਾ ਅੱਖਰ ਆ ਮਮੇ ਹੋੜਾ, ਇਹਨੂੰ ਜਿਹੜੇ ਅਗਲੇ 7 ਅੱਖਰ ਪਿੱਛੇ ਹੁੰਦੇ ਉਹਨਾਂ ਨਾਲ ਜੋੜ ਦੇਣਾ, ਉਹ ਬਣ ਜਾਣਾ ਮੋਹ। ਅਤੇ ਅਗਲਾ ਮਮੇ ਨੂੰ ਦਦੇ ਨਾਲ ਜੋੜ ਦੇਣਾ, ਬਣ ਜਾਣਾ ਮਦ। ਜਿਹੜਾ ਮਦ ਵਾਲਾ ਦੂਜੇ ਅੱਖਰ ਦਾ ਦੱਦਾ ਉਹਨੂੰ ਗਾਂਹ ਜੋੜ ਦੇਣਾ ਗੱਗੇ ਨਾਲ, ਅਤੇ ਉਹ ਬਣ ਜਾਣਾ ਦਗਾ। ਜਿਹੜਾ ਕੱਕੇ ਕੰਨਾ ਵਾ ਉਹਨੂੰ ਜੋੜ ਦੇਣਾ ਮਲ ਵਾਲੇ ਮਮੇ ਨਾਲ, ਉਹ ਬਣ ਜਾਣਾ ਕਾਮ। ਭਾਵ ਇਹ ਧਿਆਨ ਦੇ ਨਾਲ ਸਰਵਣ ਕਰਨ ਦੀ ਜ਼ਰੂਰਤ ਆ। ਮੋਹ ਮਦ ਕਾਛਰ ਲੋ, ਇਹ 7 ਅੱਖਰ ਬਣਦੇ, ਇਹ 7 ਅੱਖਰ ਅੱਡ ਕਰ ਲੈਣੇ ਇੱਕ ਪਾਸੇ। ਮੰਨ ਲਓ ਜਿਵੇਂ ਤੁਸੀਂ ਪੜ੍ਹ ਰਹੇ ਆ ਅਤੇ ਖੱਬੇ ਪਾਸੇ ਕਰ ਲੈਣੇ 7 ਅੱਖਰ, ਸੱਜੇ ਪਾਸੇ ਰਹਿ ਗਏ ਕੀ ਅੱਖਰ, ਹਾਹਾ ਇਕੱਲਾ ਰਹਿ ਗਿਆ, ਦਗਾ ਮਲ ਸੰਭ ਇਹ ਰਹਿ ਗਏ।
ਭਾਵ ਇਹਦੇ ਵਿੱਚ 14 ਅੱਖਰ ਜਿਹੜੇ ਆ, 14 ਅੱਖਰਾਂ ਨੂੰ ਸੱਤਾਂ ਸੱਤਾਂ ਨੂੰ ਆਪੋ ਵਿੱਚ ਜੋੜਨਾ, ਉਹ ਬਣ ਜਾਣਾ ਮੋਹ ਪਾਠ। ਫਿਰ ਮਦ ਪਾਠ ਬਣ ਜਾਣਾ। ਅਤੇ ਦੱਦਾ, ਇਹ ਤੀਜਾ ਦੱਦਾ ਪੜ੍ਹ ਕੇ ਇੱਧਰੋਂ ਅਤੇ ਅਗਲੇ ਸੱਤਾਂ ਵਿੱਚੋਂ ਤੀਜਾ ਗੱਗੇ ਕਨਾ ਫਾਲਣਾ ਦਗਾ ਹੋ ਜਾਣਾ। ਇੱਥੇ ਕੱਕੇ ਕਰਨਾ ਕਾ ਚੌਥਾ ਅੱਖਰ ਅਗਲਾ, ਉੱਥੇ ਚੌਥਾ ਅਗਲੇ ਸਤਿਆਂ 'ਚ ਬਣ ਜਾਣਾ ਮਮਾ, ਕਾਮ ਹੋ ਗਿਆ। ਪੰਜਵਾਂ ਅੱਖਰ ਛੱਛਾ, ਉੱਧਰ ਛੱਛਾ ਹੋ ਗਿਆ, ਉੱਧਰ ਪੰਜਵਾਂ ਅੱਖਰ ਲੱਲਾ ਹੋ ਗਿਆ, ਬਣ ਗਿਆ ਛਾਲ। ਰਾਰਾ, ਛੇਵਾਂ ਅੱਖਰ ਰਾਰਾ ਹੈ, ਉੱਧਰ ਛੇਵਾਂ ਅੱਖਰ ਸਾਸੇ ਟਿੱਪੀ ਹੈ, ਉਹ ਬਣ ਗਿਆ ਰਸਮ। ਸੱਤਵਾਂ ਅੱਖਰ ਹੈ ਲੋ, ਲੱਲੇ ਹੋੜਾ, ਉੱਧਰ ਸੱਤਵਾਂ ਅੱਖਰ ਹੈ ਭੱਬਾ ਅਤੇ ਬਣ ਗਿਆ ਲੋਭ। ਇਹ ਪਾਠ ਬਣ ਜੂਗਾ ਜਦੋਂ ਤੁਕ ਦਾ ਅਰਥ ਕਰਨਾ। ਪਾਠ ਬਣ ਗਿਆ ਮੋਹ, ਮਦ, ਦਗਾ, ਕਾਮ, ਛਲ, ਰਸਨ, ਲੋਭ, ਕਵੀ ਔਰ ਮਾਹੇ ਨਾ ਧਾਰੋ। ਇਵੇਂ ਸਮਝ ਲੈਣਾ ਹੈ ਇਹ ਪਾਠ। ਇਹ ਤੁਕ ਬਣੇਗੀ ਮੋਹ, ਮਦ, ਦਗਾ, ਕਾਮ, ਛਲ, ਰਸਨ, ਲੋਭ, ਕਵੀ ਔਰ ਮਾਹੇ ਨਾ ਧਾਰੋ। ਇਹਦਾ ਅਰਥ ਇਵੇਂ ਹੋਏਗਾ। ਕਹਿਣ ਦਾ ਮਤਲਬ ਕਵੀ ਜੀ ਦਾ ਬੜੀ ਵੱਡੀ ਸਿੱਖਿਆ ਦੇ ਰਹੇ, ਇੱਥੇ ਅਖੀਰਲੇ ਸਿੱਖਿਆ ਦੇ ਰਹੇ ਹੁਣ। ਕਹਿੰਦੇ ਭਾਈ ਪਰਿਵਾਰ ਦਾ ਜਿਹੜਾ ਮੋਹ ਹੈ, ਮਦ ਜਿਹੜਾ ਨਸ਼ਾ, ਹੰਕਾਰ ਆ ਕਿ ਮੇਰਾ ਬੜਾ ਪਰਿਵਾਰ ਹੈ, ਇਸੇ ਪ੍ਰਕਾਰ ਜਿਹੜੀ ਦਗਾ ਕਰਨੀ, ਧੋਖਾ ਕਰਨਾ ਕਿਸੇ ਨਾਲ, ਅਤੇ ਕਾਮ ਦਾ ਅਰਥ ਮੰਦ ਵਾਸ਼ਨਾ ਜਾਂ ਕਾਮਨਾ, ਤਰ੍ਹਾਂ ਤਰ੍ਹਾਂ ਦੀਆਂ ਕਾਮਨਾ ਕਰਨੀਆਂ, ਮੰਦ ਵਾਸ਼ਨਾ ਦੀ ਆਸਾ ਰੱਖਣੀਆਂ ਕਿ ਪਰਾਏ ਸੰਗ ਕੀਤੇ ਜਾਣ, ਸੰਬੰਧ ਕੀਤੇ ਜਾਣ ਇਸਤਰੀਆਂ ਨਾਲ। ਅਤੇ ਛਲ ਗਈਏ ਫਰੇਬ, ਕਪਟਪੁਣਾ, ਛਲੀਆ ਸੁਭਾਅ, ਰਸਮ ਨਾਮ ਰਸਾਂ ਕਸਾਂ ਦਾ, ਰਸ ਵਿਸ਼ਿਆਂ ਦੇ, ਰਸ ਪਦਾਰਥਾਂ ਦੇ, ਅਤੇ ਕਸ ਨਾਮ ਉਹਦੇ ਜਿਹੜੇ ਖਿੱਚ ਕੇ ਕੱਢੇ ਜਾਣ, ਜਿਵੇਂ ਅਰਕ ਕੱਢਿਆ ਜਾਂਦਾ ਛਿੱਲੜਾਂ ਵਿੱਚ, ਫਿਰ ਸ਼ਰਾਬ ਬਣਦੀ। ਰਸਾਂ ਕਸਾਂ ਦੀ ਜਿਹੜੀ ਇੱਛਾ, ਅਤੇ ਲੋਭ ਨਾਮ ਲਾਲਚ ਦਾ, ਮਾਇਆ ਨੂੰ ਜੋੜਨ ਦਾ ਲਾਲਚ, ਪਦਾਰਥਾਂ ਦਾ ਲਾਲਚ, ਆਹ ਵੀ ਮਿਲ ਗਿਆ, ਆਹ ਵੀ ਮਿਲ ਗਿਆ। ਇਹਨਾਂ ਬੁਰੇ ਕੰਮਾਂ ਨੂੰ ਕਵੀ ਔਰ ਮਾਹੇ ਨਾ ਧਾਰੋ। ਇਹਨਾਂ ਬੁਰੇ ਕੰਮਾਂ ਨੂੰ ਕਵੀ ਕਦੇ ਵੀ ਆਪਣੇ ਔਰ ਹਿਰਦੇ ਵਿੱਚ ਧਾਰਨਾ ਨਾ ਕਰੋ, ਨਾ ਰੱਖੋ ਭਾਈ। ਇਹ ਕਾਮਨਾ ਕਿਸੇ ਕੰਮ ਨਹੀਂ ਹੈ, ਇਹ ਕਿਸੇ ਕੰਮ ਨਹੀਂ ਹੈ। ਨਾ ਮੋਹ, ਮਦ, ਹੰਕਾਰ, ਦਗਾ, ਪਰ ਜਿਹੜਾ ਧੋਖਾ ਹੈ, ਕਾਮ ਵਾਸ਼ਨਾ ਜਾਂ ਕਾਮਨਾ, ਛਲ, ਫਰੇਬ, ਰਸੰਗ, ਰਸ ਕਸ, ਚੱਖਣੇ ਮਨ ਸਮਝਣੇ, ਲੋਭ ਲਾਲਚ, ਮਾਇਆ ਜੋੜਨ ਦਾ, ਪਦਾਰਥਾਂ ਦਾ, ਕਵੀ ਔਰ ਮਾਹੀ ਨਾ ਧਰ, ਕਦੀ ਇਹਨੂੰ ਹਿਰਦੇ ਵਿੱਚ ਨਾ ਧਰ। ਰਾਹ ਅਬੋ ਸਾਖ ਦੇ ਮਰਿਅਦਮ ਮਾਵ ਸਦਾ ਵਰਤੇ ਨਾਹੀ ਨਹਿ ਟਾਰੋ। ਇਹ ਕਵੀ ਜੀ ਨੇ ਇੱਥੇ ਬੜੀ ਵੱਡੀ ਆਪਣੀ ਵਿਦਵਤਾ ਵਰਤੀ ਹੈ। ਇਹ ਤੁਕ ਤਾਂ ਇੱਦਾਂ ਲਿਖੀ ਹੈ, ਪਰ ਇਹਦੇ ਸ਼ਬਦ ਸਹੀ ਜੋੜਨ ਵਾਸਤੇ ਫਿਰ ਉਸੇ ਤਰ੍ਹਾਂ ਹੀ 7 ਅੱਖਰ ਰਾਹ ਅਬੋ ਸਾਖ ਦੇ, ਇਹ ਜਿਹੜੇ 7 ਅੱਖਰ ਫਿਰ ਇਸੇ ਪਾਸੇ ਰਹਿਣ ਦੇਣੇ। ਜਿਹੜਾ ਮਰੇ ਅਦਮ ਮਾਵ ਸਦਾ, ਇਹਦੇ ਨਾਲ ਜੋੜਨੇ ਸ਼ੁਰੂ ਕਰ ਦੇਣੇ। ਰਾਰੇ ਕੰਨਾਂ ਦੇ ਨਾਲ ਜੋੜ ਦੇਣਾ ਮਮਾ, ਬਣ ਗਿਆ ਰਾਮ। ਹਾਹੇ ਨਾਲ ਜੋੜ ਦੇਣਾ ਰਾਰੇ ਸਿਹਾਰੀ, ਬਣ ਗਿਆ ਹਰੀ। ਐੜੇ ਨਾਲ ਜੋੜ ਦੇਣਾ, ਇੱਧਰੋਂ ਐੜਾ ਤੀਜਾ ਅੱਖਰ ਹੈ, ਉੱਧਰੋਂ ਯਈਏ ਟਿੱਪੀ ਤੀਜਾ ਅੱਖਰ, ਅਤੇ ਬਣ ਗਿਆ ਆਯੰ। ਇੱਧਰੋਂ ਚੌਥਾ ਅੱਖਰ ਬੱਬੇ ਹੋੜਾ ਬੋ ਹੈ, ਉੱਧਰੋਂ ਚੌਥਾ ਅੱਖਰ ਧੱਦਾ ਹੈ, ਬਣ ਗਿਆ ਬੋਧ। ਇੱਧਰੋਂ ਸੱਸਾ ਅੱਖਰ ਹੈ ਪੰਜਵਾਂ, ਉੱਧਰ ਹੈ ਮਮਾ ਅੱਖਰ ਪੰਜਵਾਂ, ਉਹ ਬਣ ਗਿਆ ਸਾਮ। ਇੱਧਰ ਛੇਵਾਂ ਖੱਕੇ ਸਿਹਾਰੀ ਹੈ, ਉੱਧਰ ਛੇਵਾਂ ਮਮੇ ਕੰਨਾ, ਬਣ ਗਿਆ ਖੇਵਾਂ। ਇੱਧਰ ਸਤਵਾਂ ਅੱਖਰ ਦੱਦੇ ਲਾਵਾਂ ਦੇ ਹੈ, ਉੱਧਰ ਸਤਵਾਂ ਅੱਖਰ ਵਾਵਾ ਹੈ, ਬਣ ਗਿਆ ਦੇਵ। ਭਾਵ ਪਾਠ ਬਣੂਗਾ ਰਾਮ ਹਰ ਅਯੰ ਬੋਧ ਸਮ ਖੇਮਾ ਦੇਵ ਸਦਾ ਉਰਤੇ ਨਹਿ ਟਾਰੋ। ਚੀਜ਼ਾਂ ਦੱਸ ਰਹੇ ਕੀ ਕਹਿੰਦੇ ਆ। ਰਾਮ ਹਰੀ, ਜਿਵੇਂ ਪਾਠ ਸੋਧਿਆ ਆਪਾਂ, ਰਾਮ ਹਰੀ। ਅਯੰ ਦਾ ਅਰਥ ਹੁੰਦਾ ਇਹ ਮੇਰਾ ਨਿੱਜ ਸਰੂਪ ਹੈ,
ਰਾਮ ਪਰਮੇਸ਼ਰ ਤੇ ਹਰੀ ਪਰਮਾਤਮਾ, ਇੱਕੋ ਹੀ ਨਾਮ ਪਰਮਾਤਮਾ ਦੇ ਨਾਮ ਦੋਵੇਂ। ਅਯੰ ਕਹੀਏ ਅੰ ਬ੍ਰਹਮ ਆਤਮਾ, ਜਿਵੇਂ ਨਾ ਅੰ ਪ੍ਰਗਿਆਨਮਾਨੰ ਅੰ ਆਤਮਾ, ਤੇ ਇਹ ਮੇਰਾ ਨਿਜ ਸਰੂਪ, ਇਹ ਮੇਰਾ ਆਤਮਾ ਹੈ। ਇਸੇ ਤਰ੍ਹਾਂ ਅਯੰ ਦਾ ਅਰਥ ਇਹ ਮੇਰਾ ਨਿਜ ਸਰੂਪ ਹਨ। ਬੋਧ ਜਿਹੜਾ ਗਿਆਨ ਹੈ, ਸਮ ਜਿਹੜੀ ਸਮਤਾ ਹੈ, ਖੇਮਾ, ਖੇਮਾ ਦੇ ਅਰਥ ਪਿਛੇ ਵੀ ਕੀਤੇ, ਜਿਹੜਾ ਕਿਸੇ ਨੂੰ ਮਾਫ ਕਰਨਾ, ਅਤੇ ਦੇਵ, ਦੇਵ ਕਹੀਏ ਜੋ ਪ੍ਰਕਾਸ਼ ਰੂਪ ਹੈ ਪ੍ਰਭੂ, ਇਹਨਾਂ ਨੂੰ ਆਪ ਦੇਣ ਔਰ ਹਿਰਦੇ ਵਿੱਚੋਂ ਕਦੇ ਵੀ ਟਾਰੋ ਨਾ, ਟਾਲਣਾ ਨਾ ਕਰੋ ਭਾਈ, ਇਹਨਾਂ ਨੂੰ ਟਾਲਣਾ ਨਾ ਕਰੋ। ਭਾਵ ਰਾਮ ਤੇ ਹਰੀ ਇਹ ਪਰਮਾਤਮਾ ਦੇ ਨਾਮ ਹੈ। ਇਹਨਾਂ ਨਾਵਾਂ ਦੁਆਰਾ ਸਦਾ ਉਸ ਪ੍ਰਭੂ ਨੂੰ ਯਾਦ ਕਰੋ। ਰਾਮ ਰਾਮ ਹਰ ਹਰ। ਸਾਰੇ ਸੰਸਾਰ ਨੂੰ ਆਪਣੇ ਸਮਾਨ ਦੇਖੋ। ਅਯੰ ਭਾਵ ਇਹ ਜੋ ਕੁਝ ਵੀ ਦਿਸ ਰਿਹਾ ਮੇਰਾ ਰੂਪ ਹੀ ਹੈ। ਜੋ ਦਿਸੈ ਸੋ ਤੇਰਾ ਰੂਪ, ਪਰਮਾਤਮਾ ਦਾ ਰੂਪ, ਅਤੇ ਪਰਮਾਤਮਾ ਕੀ ਹੈ? ਮੇਰੀ ਆਤਮਾ ਹੈ। ਆਤਮਾ ਮੇਰਾ ਪਰਮਾਤਮਾ ਦਾ ਸਰੂਪ ਹੈ। ਇਸ ਕਰਕੇ ਕਵੀ ਜੀ ਕਹਿੰਦੇ ਸਾਰੇ ਸੰਸਾਰ ਨੂੰ ਆਪਣੇ ਸਮਾਨ ਦੇਖੋ। ਇਹਨਾਂ ਵਿੱਚੋਂ ਕੋਈ ਵੀ ਇੱਕ ਪਰਮਾਤਮਾ, ਇਹਨਾਂ ਵਿੱਚ ਸਾਰਿਆਂ 'ਚ ਪਰਮਾਤਮਾ ਹੀ ਵਿਆਪਕ ਹੈ। ਗੋਬਿੰਦ ਹੈ, ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਤੁਧ ਬਿਨ ਦੂਜਾ ਨਹੀਂ। ਫਿਰ ਆਪਣੇ ਨਿਜ ਸਰੂਪ ਦਾ ਬੋਧ ਪ੍ਰਾਪਤ ਕਰੋ। ਅਯੰ ਨਿਜ ਸਰੂਪ, ਇਹਦਾ ਬੋਧ ਪ੍ਰਾਪਤ ਕਰੋ। ਜਿਹੜੀ ਸਮਾਨਤਾ, ਸਮਦ੍ਰਿਸ਼ਟੀ ਹੈ, ਖੇਮਾ ਹੈ, ਮਾਫ ਕਰਨਾ, ਇਹਨਾਂ ਗੁਣਾਂ ਨੂੰ ਸਦਾ ਹੀ ਮਨ 'ਚ ਵਸਾਓ ਅਤੇ ਦੇਵ ਰੂਪ, ਪ੍ਰਕਾਸ਼ ਰੂਪ ਪਰਮਾਤਮਾ ਦਾ ਚਿੰਤਨ ਕਰੋ। ਠੀਕ ਹੈ ਨਾ। ਰਾਮ ਹਰ ਅਯੰ ਬੋਧ ਸਮ, ਰਾਮ ਹਰੀ ਪਰਮਾਤਮਾ, ਅਯੰ ਇਹ ਮੇਰਾ ਸਰੂਪ ਹੈ ਆਤਮਾ। ਰਾਮ ਤੇ ਹਰੀ ਇਹ ਮੇਰਾ ਸਰੂਪ ਹੀ ਹੈ, ਭਾਵ ਮੇਰੀ ਆਤਮਾ ਪਰਮਾਤਮਾ ਦਾ ਰੂਪ ਹੀ ਹੈ। ਐਸਾ ਜਿਹੜਾ ਬੋਧ, ਉਹ ਗਿਆਨ ਪ੍ਰਾਪਤ ਕਰੋ। ਸਮਦ੍ਰਿਸ਼ਟੀ, ਸਭ ਨੂੰ ਬਰਾਬਰ ਦ੍ਰਿਸ਼ਟੀ ਨਾਲ ਵੇਖਣਾ, ਅਤੇ ਖਿਮਾ ਦੇ ਗੁਣ ਧਾਰਨ ਕਰੋ, ਅਤੇ ਦੇਵ ਪ੍ਰਕਾਸ਼ ਰੂਪ ਦਾ ਚਿੰਤਨ ਕਰੋ। ਅਤੇ ਉਪਰਤ ਵੀ ਸਦਾ ਉਰਤੇ ਨਹਿ ਟਾਰੋ। ਰਾਮ ਹਰੀ ਜੋ ਨਹੀਂ ਆਪਣਾ ਹੀ ਸਰੂਪ ਹੈ, ਅਤੇ ਜੋ ਬੋਧ ਗਿਆਨ ਸਰੂਪ ਹੈ ਪਰਮੇਸ਼ਰ, ਸਮਦ੍ਰਿਸ਼ਟੀ ਵਾਲਾ ਹੈ, ਖਿਮਾ ਧਾਰੀ, ਦੇ ਪ੍ਰਕਾਸ਼ ਰੂਪ ਹੈ, ਜਿਹੜਾ ਇੰਨੇ ਨਾਵਾਂ ਵਾਲਾ ਵਾਹਿਗੁਰੂ, ਉਰਤੇ ਨਹਿ ਟਾਰੋ, ਨੂੰ ਕਦੀ ਵੀ ਹਿਰਦੇ ਤੋਂ ਨਾ ਟਾਲੋ ਭਾਈ, ਟਾਲਣਾ ਨਾ ਕਰੋ, ਚਿੰਤਨ ਹੀ ਕਰੋ ਉਹਦਾ। ਸਾਂਗ ਭਵੇ ਸੁਸ ਪੰਚ ਇਨੀ ਦਰ, ਜੋ ਦਨ ਦਾ ਥਲੋ ਨਿਤ ਸੰਭਾਰੋ। ਹੁਣ ਫੇਰ ਉਸੇ ਤਰ੍ਹਾਂ ਹੀ ਲਿਖ ਰਹੇ ਆ। ਸਾਂਗ ਭਵੇ, ਹੁਣ 1 2 3 4 5 6 7 8 9 10 10 ਅੱਖਰ, 10 ਅੱਖਰ ਅਗਲੇ ਪਿਛਲੇ 10 ਨਾਲ ਜੋੜਨੇ। ਸਸੇ ਕੰਨਾ ਸਾਂ ਹੈ, ਇੱਧਰ ਪਹਿਲਾ ਅੱਖਰ ਉੱਧਰ ਹੈ, ਜਿਹੜਾ ਤਾਰ ਸ਼ਬਦ ਹੁੰਦਾ ਨਾ ਸ਼ੁਰੂ, ਇੱਥੋਂ ਸ਼ੁਰੂ ਕਰਨਾ ਜੋੜਨ ਲਈ। ਸਸੇ ਕੰਨਾ ਸਾਂ ਅਤੇ ਤੱਤਾ ਜੋੜਤਾ, ਬਣ ਗਿਆ ਸਾਂਤ। ਗੱਗੇ ਔਂਕੜ ਗੋ, ਇੱਧਰ ਦੂਜਾ, ਉੱਧਰ ਰਾਰਾ ਦੂਜਾ, ਬਣ ਗਿਆ ਗੁਰ। ਭਾਬਾ ਇੱਧਰ ਤੀਜਾ, ਉੱਧਰ ਬਣ ਗਿਆ ਜੱਜੇ ਹੋੜਾ ਤੀਜਾ, ਭਜੋ ਹੋ ਗਿਆ। ਚੌਥਾ ਵੇ, ਉੱਧਰ ਚੌਥਾ ਦੱਦਾ, ਬਣ ਗਿਆ ਵੇਦ। ਇੱਧਰ ਪੰਜਵਾਂ ਸਸੇ ਔਂਕੜ ਸੋ, ਉੱਧਰ ਪੰਜਵਾਂ ਨੰਨਾ, ਬਣ ਗਿਆ ਸੁਣ। ਇੱਧਰ ਛੇਵਾਂ ਸੱਸਾ, ਉੱਧਰ ਛੇਵਾਂ ਦੱਦੇ ਕੰਨਾ, ਬਣ ਗਿਆ ਸਦਾ। ਇੱਧਰ ਪੱਪੇ ਟਿੱਪੀ ਸਤਵਾਂ, ਉੱਧਰ ਸਤਵਾਂ ਅੱਖਰ ਥੱਥਾ, ਬਣ ਗਿਆ ਪੰਥ। ਇੱਧਰ ਅੱਠਵਾਂ ਚੱਚਾ ਅੱਖਰ, ਉੱਧਰ ਬਣ ਗਿਆ ਅੱਠਵਾਂ ਅੱਖਰ ਢੱਲੇ ਹੋੜਾ, ਬਣ ਗਿਆ ਚੱਲੋ। ਇੱਧਰ ਨੌਵਾਂ ਅੱਖਰ ਈੜੀ ਸਿਹਾਰੀ ਹੈ, ਉੱਧਰ ਬਣ ਗਿਆ ਨੌਵਾਂ ਅੱਖਰ ਨੰਨੇ ਲਾਵਾਂ ਹੈ, ਇਹ ਬਣ ਗਿਆ ਇਹਨੇ। ਇੱਧਰ 10ਵਾਂ ਅੱਖਰ ਨੰਨੇ ਬਿਆਰੀ ਹੈ, ਉੱਧਰ 10ਵਾਂ ਅੱਖਰ ਤੱਥਾ, ਬਣ ਗਿਆ ਨੀਤ। ਅਤੇ ਪਾਠ ਕੀ ਬਣ ਜਾਂਦੀ ਹੈ? ਸਾਂਤ ਗੁਰ ਭਜੋ, ਵੇਦ ਸੁਣ ਸਦਾ,
ਪੰਥ ਚਲੋ ਇਹਨੇ ਨੀਤ। ਇਹ 10 ਅੱਖਰਾਂ 20 ਅੱਖਰਾਂ ਦੇ 10 ਸ਼ਬਦ ਬਣੇ। ਸੰਭਾਲ ਦਾ ਅਰਥ ਸੰਭਾਲੋ, ਸੰਭਾਲਣਾ ਕਰੋ। ਅਰਥ ਇਹਦਾ ਇਹ ਬਣਦਾ ਸ਼ਾਂਤ, ਸ਼ਾਂਤੀ, ਖਿਮਾ, ਸਮਤਾ, ਸੰਤੋਖੀ ਆਦਿ ਗੁਣਾਂ ਨੂੰ ਭਾਈ ਧਾਰਨ ਕਰੋ। ਗੁਰ ਭਜੋ, ਇਹ ਗੁਰੂ ਨੂੰ ਭਜੋ, ਸਿਮਰਨ ਕਰੋ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਮੇਰੀ ਪੂਜਾ, ਗੁਰ ਗੋਬਿੰਦ, ਗੁਰ ਮੇਰਾ ਪਾਰ ਬ੍ਰਹਮ, ਗੁਰ ਭਗਵੰਤ। ਇਵੇਂ ਭਜਨ ਕਰੋ, ਸਿਮਰਨ ਕਰੋ ਗੁਰੂ ਦਾ। ਵੇਦ ਸ਼ਾਸਤਰ ਆਦਿ ਜਿਹੜੇ ਗ੍ਰੰਥ ਹੈ, ਧਾਰਮਿਕ ਗ੍ਰੰਥ, ਉਹਨਾਂ ਨੂੰ ਪੜ੍ਹਨਾ ਕਰੋ ਅਤੇ ਸੁਣਨਾ, ਨਾਮ ਸੁਣਨਾ ਕਰੋ। ਅਤੇ ਕਰੋ ਕਿ ਸਦਾ ਪੰਥ ਚੱਲੋ, ਸਦਾ ਹਮੇਸ਼ਾ ਹੀ ਧਰਮ ਦੇ ਪੰਥ, ਧਰਮ ਸ਼ਾਸਤਰਾਂ ਵੇਦਾਂ ਦੇ, ਗੁਰੂ ਦੇ ਪੰਥ ਰਸਤੇ 'ਤੇ, ਸੰਤਾਂ ਦੇ ਰਸਤੇ 'ਤੇ ਚੱਲੋ, ਚੱਲਣਾ ਕਰੋ। ਅਤੇ ਉੱਪਰ ਦੱਸੇ ਹੋਏ ਜਿਹੜੇ ਗੁਣ ਜਿੰਨੇ ਵੀ ਤੁਹਾਨੂੰ ਦੱਸੇ ਭਾਈ, ਇਹਨੇ ਨੀਤ, ਇਹਨਾਂ ਗੁਣਾਂ ਨੂੰ ਨੀਤ ਨਿਤਾ ਪ੍ਰਤੀ ਸੰਭਾਲੋ, ਸੰਭਾਲਣਾ ਕਰੋ। ਜੋ ਉੱਪਰ ਦੱਸੇ ਨਾ ਜਿੰਨੇ ਵੀ ਗੁਣ, ਅਤੇ ਔਗੁਣ ਛੱਡਣ ਲਈ ਕਿਹਾ, ਗੁਣ ਧਾਰਨ ਕਰਨ ਲਈ ਕਿਹਾ। ਇਹਨਾਂ ਨੂੰ ਹਮੇਸ਼ਾ ਇਹਨਾਂ ਗੁਣਾਂ ਨੂੰ ਸੰਭਾਲਣਾ ਕਰੋ। ਨਿਤਾ ਪ੍ਰਤੀ, ਨੀਤ ਦਾ ਅਰਥ ਨਿਤਾ ਪ੍ਰਤੀ ਸੰਭਾਲੋ, ਸੰਭਾਲਣਾ ਕਰੋ। ਜੋ ਇਨ ਤੇ ਹਰ ਨਾਹੀ ਮਿਲੇ ਜਾਓ, ਜੇਕਰ ਇਨ ਤੇ ਇਹਨਾਂ ਉਪਰੋਕਤ ਗੁਣਾਂ ਨੂੰ ਧਾਰਨ ਕਰਨ, ਜਿਹੜੇ ਮੈਂ ਕਹੇ ਉੱਪਰ ਭਾਈ ਵਿਦਵਾਨੋ ਪੰਡਤੋਂ, ਧਾਰਨ ਕਰਨ 'ਤੇ ਵੀ ਹਰ ਨਾਹੀ ਮਿਲੇ, ਹਰੀ ਪਰਮਾਤਮਾ ਨਾ ਮਿਲੇ, ਤਬ ਜਾਮਨ ਸਿੰਘ ਗੁਲਾਬ ਤੁਮਾਰੋ। ਕਹਿੰਦੇ ਤਬ ਦਾ ਤਦੋਂ ਮੈਂ ਗੁਲਾਬ ਸਿੰਘ ਤੁਮਾਰੋ, ਤੁਹਾਡਾ ਜਾਮਨ ਜ਼ਿੰਮੇਵਾਰ ਗਵਾ ਬਣਾਂਗਾ। ਕਿ ਕਿਉਂ ਨਹੀਂ ਪਰਮਾਤਮਾ ਦੀ ਪ੍ਰਾਪਤੀ ਹੋਈ, ਅਰਥਾਤ ਇਹਨਾਂ ਗੁਣਾਂ ਨੂੰ ਧਾਰਨ ਕਰਕੇ ਪਰਮਾਤਮਾ ਦੀ ਪ੍ਰਾਪਤੀ ਜ਼ਰੂਰ ਹੋਵੇਗੀ। ਗੁਰਬਾਣੀ ਚਾਹੁੰਦੇ ਜੋ ਨਾ ਭਜੰਤੇ ਨਾਰਾਇਣਾ, ਤਿਨਕਾ ਮੈਂ ਨਾ ਕਰੂੰ ਦਰਸਨਾ। ਭਾਵੇਂ 32 ਲੱਛਣੀ ਹੋਣ, ਕਵੀ ਸਾਹਿਬ ਨੇ ਤੇ ਗੁਣ ਤੇ ਕਹੇ, ਪਰ ਵਿੱਚ ਇਹ ਵੀ ਕਿਹਾ ਵੀ ਭਾਈ ਉਸ ਦਾ ਸਿਮਰਨ ਕਰੋ। ਜਿਸ ਕਰਕੇ ਪੂਰਾ ਹੀ ਕਹਿੰਦੇ ਵਿਸ਼ਵਾਸ ਰੱਖ ਕੇ ਜੇ ਬਚਨ ਵੀ ਸੱਚ ਅਟੱਲ ਹੈ, ਇਹਦੇ ਵਿੱਚ ਦੋ ਰਾਏ ਕੋਈ ਹੈ ਹੀ ਨਹੀਂ, ਦਵੈਤ ਭਾ ਹੈ ਹੀ ਨਹੀਂ, ਦਵੈਸ਼ ਕੋਈ ਹੈ ਨਹੀਂ। ਕਹਿੰਦੇ ਵੀ ਜੋ ਜੇਕਰ ਇਹਨਾਂ ਗੁਣਾਂ ਨੂੰ ਧਾਰਨ ਕਰਕੇ ਵੀ ਹਰ ਨਾਹੀ ਮਿਲੇ, ਪਰਮਾਤਮਾ ਨਾ ਮਿਲੇ, ਤਬ ਜਾਮਣ ਸਿੰਘ ਗੁਲਾਬ ਤੁਮਾਰੋ। ਤਦੋਂ ਕਹਿੰਦੇ ਗੁਲਾਬ ਸਿੰਘ ਤੁਹਾਡਾ ਜਾਮਣ ਹੈ, ਜ਼ਿੰਮੇਵਾਰ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਕਿਉਂ ਨਹੀਂ ਹੋਈ, ਕੀ ਕਮੀ ਰਹਿ ਗਈ ਹੈ। ਕਹਿੰਦੇ ਮੈਂ ਇਸ ਗੱਲ ਦੀ ਗਵਾਹੀ ਭਰਦਾ ਹਾਂ, ਆਪਣੀ ਜ਼ਿੰਮੇਵਾਰੀ ਚੁੱਕਦਾ ਹਾਂ। ਸੋ ਇੱਥੇ ਜਿਹੜਾ ਹੈ ਆਪਾਂ ਅੱਜ ਸਮਾਪਤੀ ਕਰੀਏ। ਥੋੜ੍ਹਾ ਜਿਹਾ ਰਹਿ ਗਏ ਹੈ, 2-3 ਸਵਈਆ ਇੱਕ ਰਹਿ ਗਿਆ ਹੈ। ਹੁਣ ਸਮਾਂ ਉਪਰੋਕਤ ਪੂਰਾ ਹੋ ਗਿਆ, ਸਮਾਂ ਕਾਫੀ ਉੱਪਰ ਜਾ ਰਿਹਾ, ਥੋੜ੍ਹਾ ਕਾਰਜ ਸੀ, ਇਸ ਕਰਕੇ ਹੁਣ ਆਪਾਂ ਇੱਥੇ ਜਿਹੜੀ ਇਹ ਸਮਾਪਤੀ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਹੈ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਜੋ ਇਨ ਤੇ ਹਰ ਨਾਹੀ ਮਿਲੇ, ਤਬ ਜਾਮਨ ਸਿੰਘ ਗੁਲਾਬ ਤੁਮਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।